ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਗੁਰ ਸਭਨਾਂ ਦਾ ਭਲਾ ਮਨਾਇਂਦਾ, ਤਿਸ ਦਾ ਬੁਰਾ ਕਿਉਂ ਹੋਏ। ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਪਰਮ ਸਨਮਾਨ ਅਤੀ ਸਤਿਕਾਰਯੋਗ ਸਾਧ ਸੰਗਤ ਜੀ, ਸਾਡੇ ਵੱਡੇ ਭਾਗ ਨੇ ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ। ਸਾਨੂੰ ਆਪਣਾ ਜੀਵਨ ਸਫਲ ਕਰਨ ਦਾ ਸੁਭਾਗਾ ਸਮਾਂ ਬਖਸ਼ਿਆ। ਸਾਹਿਬਾਂ ਦੀ ਗੁਰਬਾਣੀ ਨੂੰ ਵਿਚਾਰਨ ਲਈ, ਆਪਣੇ ਹਿਰਦੇ 'ਚ ਪਰੋਣ ਲਈ ਸਾਧ ਸੰਗਤ ਜੀ ਇਕੱਤਰ ਹੋਏ ਹੋ। ਸੋ ਸਤਿਗੁਰੂ ਜੀ ਗੁਰਬਾਣੀ ਦੇ ਫਰਮਾਨ ਕਰਦੇ ਨੇ, ਕਹਿੰਦੇ ਸਤਿਗੁਰ ਸਭਨਾਂ ਦਾ ਭਲਾ ਮਨਾਇਂਦਾ, ਤਿਸ ਦਾ ਬੁਰਾ ਕਿਉਂ ਹੋਏ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਕਹਿੰਦੇ ਭਾਈ ਉਹ ਅਕਾਲ ਪੁਰਖ ਵਾਹਿਗੁਰੂ ਕਹਿੰਦੇ ਸਭਨਾਂ ਦਾ ਭਲਾ ਸੋਚਦਾ, ਸਭਨਾਂ ਦਾ ਭਲਾ ਮਨਾਇਂਦਾ। ਉਹ ਕਦੇ ਵੀ ਕਿਸੇ ਦਾ ਬੁਰਾ ਨਹੀਂ ਕਰਦਾ। ਸਾਧ ਸੰਗਤ ਜੀ, ਜੋ ਭਲਾ ਪੁਰਸ਼ ਹੁੰਦਾ ਨਾ, ਉਹ ਕਦੇ ਵੀ ਕਿਸੇ ਦੀ ਬੁਰਾਈ ਨਹੀਂ ਸੋਚੇਗਾ। ਜੋ ਬੁਰਾ ਪੁਰਸ਼ ਹੁੰਦਾ ਹੈ, ਉਹ ਕਦੇ ਵੀ ਕਿਸੇ ਦਾ ਭਲਾ ਨਹੀਂ ਸੋਚੇਗਾ। ਸਾਧ ਸੰਗਤ ਜੀ, ਜੇਕਰ ਕੋਈ ਮਨੁੱਖ ਆਪਣਾ ਬੁਰਾ ਕਰਦਾ ਨਾ, ਆਪਣੇ ਬਾਰੇ ਬੁਰਾ ਸੋਚਦਾ, ਆਪਾਂ ਨੂੰ ਮਾੜੇ ਬੋਲ ਬੋਲਦਾ, ਜੇਕਰ ਆਪਾਂ ਉਸ ਦੀ ਅਰਦਾਸ ਦੇ ਵਿੱਚ ਭਲਾ ਸ਼ਾਮਲ ਕਰ ਦਈਏ ਨਾ, ਆਪਾਂ ਹਰ ਵੇਲੇ ਉਸ ਦੇ ਭਲਾ ਸੋਚੀਏ, ਸਾਧ ਸੰਗਤ ਜੀ, ਉਹ ਮਨੁੱਖ ਇੱਕ ਨਾ ਇੱਕ ਦਿਨ ਆਪਣੇ ਚਰਨਾਂ ਦੇ ਵਿੱਚ ਡਿੱਗੇਗਾ। ਸੋ ਹਮੇਸ਼ਾ ਸਾਨੂੰ ਭਲਾ ਸੋਚਣਾ ਚਾਹੀਦਾ ਹੈ, ਕਦੇ ਵੀ ਸਾਨੂੰ ਕਿਸੇ ਦਾ ਬੁਰਾ ਨਹੀਂ ਕਰਨਾ ਚਾਹੀਦਾ। ਸਤਿਗੁਰੂ ਜੀ ਕਹਿੰਦੇ ਜੇਕਰ ਕੋਈ ਮਨੁੱਖ ਇੱਦਾਂ ਭਲੇ ਦੀਆਂ ਅਰਦਾਸਾਂ ਕਰਦਾ ਨਾ, ਭਲਾ ਸੋਚਦਾ, ਤਾਂ ਇੱਕ ਦਿਨ ਉਹ ਉੱਚ ਪਦਵੀ ਪਾ ਲੈਂਦਾ। ਸਾਧ ਸੰਗਤ ਜੀ, ਸਤਿਗੁਰਾਂ ਨੇ ਸਾਨੂੰ ਇਹ ਮਨੁੱਖੀ ਜੀਵਨ ਬਖਸ਼ਿਆ। ਸੋ ਇਸ ਦੇ ਅੰਦਰ ਰਹਿ ਕੇ ਅਸੀਂ ਚੰਗੇ ਕਰਮ ਕਰਨੇ ਨੇ, ਸਭਨਾ ਜੀਵਾਂ ਦਾ ਭਲਾ ਕਰਨਾ। ਸਾਧ ਸੰਗਤ ਜੀ ਦੇਖੋ, ਤੁਸੀਂ ਮੌਸਮ ਗਰਮੀ ਵਾਲਾ ਜੋ ਸ਼ੁਰੂ ਹੋ ਗਿਆ, ਕਾਫੀ ਆਪ ਜੀ ਨੂੰ ਪਤਾ ਹੀ ਹੈ। ਦੇਖੋ ਤੁਸੀਂ ਕਿੰਨੀ ਗਰਮੀ ਹੈ। ਸਾਧ ਸੰਗਤ ਜੀ, ਜੇ ਆਪਾਂ ਭਲੇ ਦੇ ਕਾਰਜ ਸੋਚੀਏ ਤਾਂ ਭਲਾ ਇਹ ਨਹੀਂ ਹੁੰਦਾ ਵੀ ਇੱਕ ਤਰ੍ਹਾਂ ਦਾ ਆਪਣੇ ਅੰਦਰ ਸੋਚ ਨਾਲ ਭਲਾ ਕਰਨਾ। ਸਾਧ ਸੰਗਤ ਜੀ, ਮਨੁੱਖਤਾ ਦਾ ਭਲਾ ਕਰਨਾ। ਸਾਧ ਸੰਗਤ ਜੀ, ਮਨੁੱਖਤਾ ਦਾ ਭਲਾ ਕਿਵੇਂ ਹੋਣਾ? ਵੱਧ ਤੋਂ ਵੱਧ ਰੁੱਖ ਲਗਾਈਏ। ਸਾਧ ਸੰਗਤ ਜੀ, ਪਸ਼ੂ ਪੰਛੀਆਂ ਦੀ ਸੇਵਾ ਕਰੀਏ। ਦੇਖੋ ਤੁਸੀਂ ਪੰਛੀਆਂ ਨੂੰ ਆਪਾਂ ਅੱਜ ਕੋਲ ਲੱਕੜ ਦੇ ਬਰਤਨ ਆਉਂਦੇ ਨਾ, ਸਾਧ ਸੰਗਤ ਜੀ, ਬਣੇ ਹੋਏ ਮਿੱਟੀ ਦੇ ਭਾਂਡੇ, ਲੱਕੜ ਦੇ ਆਲ੍ਹਣੇ ਹੁੰਦੇ ਨੇ, ਸਾਧ ਸੰਗਤ ਜੀ, ਘਾਹ ਤੋਂ ਬਣਾਏ ਹੋਏ। ਸੋ ਉਹਨਾਂ ਵਿੱਚ ਆਪਾਂ ਭੋਜਨ ਪਾਈਏ, ਜਲ ਰੱਖੀਏ ਆਪਣੀਆਂ ਛੱਤਾਂ 'ਤੇ। ਵੱਧ ਤੋਂ ਵੱਧ ਰੁੱਖ ਲਗਾਵਾਂਗੇ ਸਾਧ ਸੰਗਤ ਜੀ, ਵੀ ਭਲੇ ਦੇ ਕਾਰਜ ਨੇ। ਪਰਮਾਤਮਾ ਦੇਖਦਾ, ਤਾਂ ਇੱਕ ਦਿਨ ਜੇਕਰ ਅਸੀਂ ਇੱਦਾਂ ਦੇ ਕਾਰਜ ਕਰਦੇ ਹਾਂ ਨਾ ਸਾਧ ਸੰਗਤ ਜੀ, ਤਾਂ ਪਰਮਾਤਮਾ ਸਾਡੀ ਇੱਕ ਦਿਨ ਅਰਦਾਸ ਹੈ ਉਹ ਜਿਹੜੀ ਜ਼ਰੂਰ ਸੁਣਦਾ। ਸੋ ਹਰ ਵੇਲੇ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਰਹਿਣਾ, ਹਰ ਵੇਲੇ ਉਸ ਪਰਮਾਤਮਾ ਨੂੰ ਭਲੇ ਦੀਆਂ ਅਰਦਾਸਾਂ ਕਰਦੇ ਰਹਿਣਾ, ਹਰ ਵੇਲੇ ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿਣਾ। ਸਾਧ ਸੰਗਤ ਜੀ, ਜੇਕਰ ਅਸੀਂ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਵਾਂਗੇ ਨਾ, ਤਾਂ ਜਿਹੜਾ ਸਾਡਾ ਜੀਵਨ ਹੈ ਇਹ ਸੋਹਣਾ ਬਣ ਜਾਣਾ। ਸਾਡੇ ਜੀਵਨ ਦੇ ਵਿੱਚ ਖੇੜਾ ਆ ਜਾਣਾ, ਸਾਨੂੰ ਸੋਝੀ ਆ ਜਾਣੀ ਹੈ ਜੀਵਨ ਦੀ। ਸਾਧ ਸੰਗਤ ਜੀ, ਸਤਿਗੁਰੂ ਜੀ ਗੁਰਬਾਣੀ ਦੇ ਵਿੱਚ ਫਰਮਾਨ ਕਰਦੇ ਨੇ, ਕਹਿੰਦੇ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਫਿਰ ਕਹਿੰਦੇ ਬਾਣੀਆਂ ਸਿਰ ਬਾਣੀ। ਸਾਧ ਸੰਗਤ ਜੀ, ਬਾਣੀਆਂ ਦਾ ਸਿਰ ਦਾ ਅਰਥ ਹੁੰਦਾ ਸਭ ਤੋਂ ਉੱਤਮ, ਸਭ ਤੋਂ ਸ੍ਰੇਸ਼ਟ, ਵੀ ਇਸ ਤੋਂ ਉੱਤਮ ਉੱਪਰ ਕੋਈ ਵੀ ਚੀਜ਼ ਨਹੀਂ ਹੈਗੀ। ਜੇਕਰ ਅਸੀਂ
ਆਪ ਆਪਣੇ ਜੀਵਨ ਦੇ ਵਿੱਚ ਸ੍ਰੀ ਸਹਿਜ ਪਾਠ ਕਰਾਂਗੇ ਜਾਂ ਬਾਣੀ ਨੂੰ ਵਿਚਾਰਾਂਗੇ ਤਾਂ ਵੀ ਸਾਡਾ ਜੀਵਨ ਆ ਉਹ ਜਿਹੜਾ ਸੋਹਣਾ ਬਣ ਜਾਣਾ। ਇਹ ਵੀ ਇੱਕ ਭਲੇ ਦਾ ਕਾਰਜ ਹੁੰਦਾ ਸਾਧ ਸੰਗਤ ਜੀ। ਆਪ ਗੁਰਬਾਣੀ ਪੜ੍ਹਨੀ, ਹੋਰਨਾਂ ਨੂੰ ਗੁਰਬਾਣੀ ਨਾਲ ਜੋੜਨਾ, ਇਹ ਵੀ ਇੱਕ ਭਲੇ ਦੇ ਵਿੱਚ ਆ ਜਾਂਦਾ ਸਾਧ ਸੰਗਤ ਜੀ। ਸੋ ਭਲੇ ਦੇ ਕਾਰਜ ਕਰਨੇ ਨੇ ਸਾਧ ਸੰਗਤ ਜੀ। ਜੇਕਰ ਆਪਾਂ ਲੰਘੇ ਜਾ ਰਹੇ ਹਾਂ, ਰਾਸਤੇ ਦੇ ਵਿੱਚ ਰੋੜਾ ਪਿਆ ਸਾਧ ਸੰਗਤ ਜੀ, ਕਿ ਇੱਦਾਂ ਦੇ ਮਨੁੱਖ ਹੁੰਦੇ ਨੇ ਵੀ ਕੋਈ ਗੱਲ ਨਹੀਂ, ਆਪਾਂ ਕੀ ਕਰਨਾ ਚੱਕ ਕੇ, ਕੋਈ ਚੱਕੇ ਨਾ ਚੱਕੇ। ਸਾਧ ਸੰਗਤ ਜੀ ਇੱਦਾਂ ਨਹੀਂ ਕਰਨਾ, ਉਸ ਰੋੜੇ ਨੂੰ ਚੱਕਣਾ। ਉਸ ਰੋੜੇ ਨੂੰ ਜੇ ਚੱਕ ਦਾਂਗੇ ਨਾ ਸਾਧ ਸੰਗਤ ਜੀ, ਜੇ ਕੋਈ ਲੰਘਦਾ ਨਾ ਮਨੁੱਖ ਕਈ ਵਾਰੀ ਮੋਟਰਸਾਈਕਲ 'ਤੇ ਜਾਂ ਗੱਡੀਆਂ 'ਤੇ, ਉਹ ਰੋਡ ਦੇ ਉੱਤੇ ਚੜ੍ਹ ਜਾਂਦਾ, ਉਹਨਾਂ ਦੇ ਐਕਸੀਡੈਂਟ ਹੋਣ ਦਾ ਖਤਰਾ ਹੁੰਦਾ। ਜੇ ਆਪਾਂ ਉਹ ਰੋੜਾ ਚੱਕ ਦੇਵਾਂਗੇ ਨਾ ਸਾਧ ਸੰਗਤ ਜੀ, ਇਹ ਵੀ ਭਲਾ। ਸੋ ਗਰੀਬਾਂ ਦੀ ਸੇਵਾ ਕਰਨੀ, ਮਨੁੱਖਤਾ ਦੀ ਸੇਵਾ ਕਰਨੀ, ਇਹ ਵੀ ਭਲਾ। ਭਲੇ ਦੇ ਕਾਰਜ ਕਰਨੇ ਸਾਧ ਸੰਗਤ ਜੀ। ਕਹਿੰਦੇ ਸਤਿਗੁਰੂ ਜੀ ਫਰਮਾਨ ਕਰਦੇ ਨੇ ਸਾਧ ਸੰਗਤ ਜੀ, ਜੇਕਰ ਆਪਾਂ ਇੱਦਾਂ ਭਲੇ ਦੇ ਕਾਰਜ ਕਰਾਂਗੇ ਨਾ ਤਾਂ ਸਾਡੇ ਜੀਵਨ ਆ ਜਿਹੜਾ ਬੜਾ ਸੋਹਣਾ ਬਣ ਜਾਣਾ, ਸੁਚੱਜਾ ਬਣ ਜਾਣਾ। ਆਪਣੇ ਜੀਵਨ ਦੇ ਵਿੱਚ ਭਲਾ ਲੈ ਕੇ ਆਉਣਾ, ਕਦੇ ਵੀ ਬੁਰਾ ਮਨ ਦੇ ਵਿੱਚ ਨਹੀਂ ਚਿਤਪਣਾ, ਕਦੇ ਵੀ ਕਿਸੇ ਦਾ ਬੁਰਾ ਨਹੀਂ ਕਰਨਾ। ਹਰ ਵੇਲੇ ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿਣਾ। ਉਸ ਪਰਮਾਤਮਾ ਨੂੰ ਇਹੀ ਬੇਨਤੀ ਕਰਨੀ ਹੈ, ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰਾਇਓ, ਮੇਤੇ ਭਲੇ ਦੇ ਕਾਰਜ ਕਰਾਇਓ, ਕਦੇ ਵੀ ਮੇਤੋਂ ਬੁਰਾ ਕਾਰਜ ਨਾ ਕਰਵਾਇਓ। ਸਭਨਾਂ ਦਾ ਭਲਾ ਸਤਿਗੁਰੂ ਜੀ ਫਰਮਾਨ ਕਰਦੇ ਨਾ, ਜੇਕਰ ਅਸੀਂ ਕਿਸੇ ਦਾ ਭਲਾ ਸੋਚਾਂਗੇ, ਉਸ ਸਤਿਗੁਰਾਂ ਦੇ ਸਾਡੇ ਗੁਣ ਅੰਦਰ ਆ ਜਾਣੇ। ਜਿਵੇਂ ਸਤਿਗੁਰੂ ਜੀ ਕਿਸੇ ਦਾ ਬੁਰਾ ਨਹੀਂ ਨਾ ਸੋਚਦੇ ਸਾਧ ਸੰਗਤ ਜੀ। ਮਾਂ ਦੇਖੋ ਆਪਣੇ ਬੱਚਾ ਹੁੰਦਾ ਨਾ ਜਿਹੜਾ, ਉਹ ਕਿੰਨੇ ਔਗਣ ਕਰਦਾ, ਮਾਂ ਨੂੰ ਅਪਸ਼ਬਦ ਬੋਲਦਾ, ਮੰਦੇ ਸ਼ਬਦ ਬੋਲਦਾ, ਬੁਰਾ ਚੰਗਾ ਕਹਿੰਦਾ, ਅਤੇ ਮਾਂ ਕਦੇ ਵੀ ਸਾਧ ਸੰਗਤ ਜੀ ਉਸ ਦਾ ਬੁਰਾ ਨਹੀਂ ਚਿਤਪਦੀ। ਕਦੇ ਵੀ ਦੇਖੋ ਤੁਸੀਂ, ਮਾਂ ਆਪਣੇ ਬੱਚੇ ਨੂੰ ਮਾੜਾ ਨਹੀਂ ਕਹਿੰਦੀ। ਸਤਿਗੁਰੂ ਜੀ ਇਸੇ ਤਰ੍ਹਾਂ ਆਪਾਂ ਸਤਿਗੁਰੂ ਜੀ ਨੇ ਸਾਡੇ ਸਤਿਗੁਰੂ ਜੀ ਕੀ ਕਹਿੰਦੇ ਨੇ, ਕਹਿੰਦੇ ਕਰਵਟ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ, ਹਉ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੌਕੋ ਕਾਹੇ ਕੋ ਮਾਰੇ। ਸਾਧ ਸੰਗਤ ਜੀ ਸਾਡੀ ਵੀ ਇਹੀ ਅਰਦਾਸ, ਇਹ ਸਾਡੇ ਨਾ ਅੰਦਰ ਤਾਂ ਹੋਣੀ ਚਾਹੀਦੀ ਹੈ ਪ੍ਰਮਾਤਮਾ ਨੂੰ, ਇਹ ਸੱਚੇ ਪਾਤਸ਼ਾਹ ਜੋ ਤਨ ਚੀਰੋਂ ਤਾਂ ਅੰਗ ਨਾ ਮੋਰੋ। ਸੱਚੇ ਪਾਤਸ਼ਾਹ ਆਪ ਜੀ ਇੰਨੇ ਦੁੱਖ ਦੇ ਦਿਓ, ਇੰਨੀਆਂ ਦੁੱਖ ਤਕਲੀਫਾਂ ਦੇ ਦਿਓ, ਪਰ ਮੈਨੂੰ ਕਦੇ ਵੀ ਸੱਚੇ ਪਾਤਸ਼ਾਹ ਆਪ ਜੀ ਮੇਰੇ ਤੋਂ ਮੁੱਖ ਨਾ ਮੋਰਿਓ। ਜੇਕਰ ਆਪਾਂ ਇਹ ਅਰਦਾਸਾਂ ਸਾਡੇ ਅੰਦਰੋਂ ਹੋਣਗੀਆਂ ਨਾ ਸਾਧ ਸੰਗਤ ਜੀ, ਜੇ ਇੱਦਾਂ ਅਸੀਂ ਪਰਮਾਤਮਾ ਨੂੰ ਜੋਦੜੀਆਂ ਕਰਾਂਗੇ ਨਾ ਸਾਧ ਸੰਗਤ ਜੀ। ਦੇਖੋ ਤੁਸੀਂ, ਇੱਕ ਆਪਾਂ ਕੁੱਤੇ ਦੀ ਉਦਾਹਰਣ ਲੈ ਲਈਏ ਸਾਧ ਸੰਗਤ ਜੀ। ਜਿਹੜਾ ਕੁੱਤਾ ਹੁੰਦਾ ਨਾ, ਇੱਕ ਮੰਨ ਲਓ ਮਾਲਕ ਦਾ, ਸਾਧ ਸੰਗਤ ਜੀ ਮਾਲਕ ਉਸ ਨੂੰ ਠੇਡੇ ਮਾਰਦਾ, ਲੱਤਾਂ ਮਾਰਦਾ ਅਤੇ ਬਾਹਰ ਕੱਢ ਦਿੰਦਾ। ਸਾਧ ਸੰਗਤ ਜੀ ਕੁੱਤੇ ਦਾ ਦੇਖੋ ਤੁਸੀਂ ਇਹ ਵਿਰਦਾ ਹੈ, ਉਹ ਕਦੇ ਵੀ ਦੂਸਰੇ ਦੇ ਦਰ 'ਤੇ ਨਹੀਂ ਜਾਂਦਾ, ਉਹ ਆਪਣੇ ਮਾਲਕ ਦੇ ਗੇਟ ਦੇ ਬਾਹਰ ਬਹਿ ਜਾਂਦਾ ਅਤੇ ਦੇਖਦਾ, ਜਿੰਨਾ ਚਿਰ ਮਾਲਕ ਬਾਹਰ ਨਹੀਂ ਨਾ ਆਉਂਦਾ। ਜਦੋਂ ਮਾਲਕ ਬਾਹਰ ਆਉਂਦਾ ਤਾਂ ਪੈਰ ਚੁੰਮਦਾ। ਸਾਧ ਸੰਗਤ ਜੀ ਦੇਖੋ ਤੁਸੀਂ, ਕੁੱਤੇ ਨੂੰ ਵੀ ਗਿਆਨ ਹੈ। ਸਾਨੂੰ ਸਤਿਗੁਰੂ ਜੀ ਫਰਮਾਨ ਕਰਦੇ ਨੇ, ਕਹਿੰਦੇ ਜੇ ਤੂੰ ਭਲੇ ਦੇ ਕਾਰਜ ਕਰਨੇ ਨੇ ਨਾ ਤਾਂ ਪਸ਼ੂਆਂ ਤੋਂ, ਕਹਿੰਦੇ ਜੀਵਾਂ ਤੋਂ, ਕਹਿੰਦੇ ਤੂੰ ਸਿੱਖ ਲਾ ਕੁਛ। ਸਾਧ ਸੰਗਤ ਜੀ ਸਾਨੂੰ ਸਤਿਗੁਰੂ ਜੀ ਸਿਖਵਾ ਰਹੇ ਨੇ, ਦੇਖੋ ਉਦਾਹਰਨਾਂ ਦੇ ਰਹੇ ਨੇ। ਫਿਰ ਮੰਗਤੇ ਦੀ ਉਦਾਹਰਨ ਦੇ ਰਹੇ ਨੇ ਸਾਧ ਸੰਗਤ ਜੀ। ਮੰਗਤਾ ਹੁੰਦਾ ਨਾ ਜਿਹੜਾ ਮੰਗਦਾ ਸਾਧ ਸੰਗਤ ਜੀ, ਦੇਖੋ ਤੁਸੀਂ, ਉਹ ਆਪਣਾ ਆਪ ਮਿਟਾ ਕੇ ਮੰਗਣ ਜਾਂਦਾ ਸਾਧ ਸੰਗਤ ਜੀ। ਦੇਖੋ ਤੁਸੀਂ, ਉਸ ਨੂੰ ਕਿੰਨੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਸਾਧ ਸੰਗਤ ਜੀ। ਉਹ ਜਦੋਂ ਜਾਂਦਾ ਨਾ ਤਾਂ ਦੇਖੋ ਤੁਸੀਂ, ਕਈ ਘਰ ਇੱਦਾਂ ਦੇ ਵੀ ਹੁੰਦੇ ਨੇ ਵੀ ਜਿਹੜੇ ਅਪਸ਼ਬਦ ਬੋਲਦੇ ਨੇ, ਪਰ ਉਹ ਜਾ ਕੇ ਜਦੋਂ ਬੂਹਾ ਖੜਕਾਉਂਦਾ, ਉਹਨੂੰ ਨਹੀਂ ਪਤਾ ਵੀ ਕਿੱਦਾਂ ਦਾ ਆਉਣਾ, ਉਹ ਪਹਿਲਾਂ ਹੀ ਅਸੀਸਾਂ ਦੇਣ ਲੱਗ ਜਾਂਦਾ, ਪਰਮਾਤਮਾ ਤੁਹਾਨੂੰ ਆਹ ਦੇਵੇ, ਪਰਮਾਤਮਾ ਆਹ ਦੇਵੇ ਸਾਧ ਸੰਗਤ ਜੀ। ਪਰ ਜਿਹੜਾ ਮਾਲਕ ਹੁੰਦਾ ਨਾ, ਉਹ ਕੁਛ ਦੇਵੇ ਨਾ ਦੇਵੇ, ਪਰ ਉਹ ਮੰਗਦਾ ਦੇਖੋ ਤੁਸੀਂ, ਦਰ 'ਤੇ ਤਾਂ ਗਿਆ ਨਾ, ਆਪਣੇ ਮਾਲਕ ਦੇ ਦਰ 'ਤੇ ਅਰਜ਼ੋਈ ਕਰ ਰਿਹਾ ਸਾਧ ਸੰਗਤ ਜੀ। ਉਹ ਡਟ ਜਾਂਦਾ, ਬੇਸ਼ੱਕ ਉਸ ਨੂੰ ਨਾ ਵੀ ਕੋਈ ਕੁਛ ਦੇਵੇ, ਪਰ ਉਹਦਾ ਇਹ ਵਿਰਦਾ, ਉਹ ਉੱਥੋਂ ਹਟਦਾ ਨਹੀਂ, ਉਹ ਉੱਥੇ ਢਹਿ ਜਾਂਦਾ, ਉੱਥੇ ਖੜ੍ਹ ਜਾਂਦਾ। ਉਹ ਜਿੰਨਾ ਚਿਰ ਦਿੰਦਾ ਨਹੀਂ ਨਾ, ਤਾਂ ਫਿਰ ਸਾਧ ਸੰਗਤ ਜੀ ਮਾਲਕ ਤਰਸ ਕਰਕੇ ਕਹਿੰਦਾ ਵੀ ਦੇਖੋ ਤੁਸੀਂ ਕਿੰਨਾ ਢੀਠ ਹੈ, ਇਹਨੂੰ ਦੇਣਾ ਹੀ ਪੈਣਾ। ਦੇਖੋ ਤੁਸੀਂ, ਮੰਗਤਾ ਆਪਣੇ ਆਪ ਨੂੰ ਮਿਟਾ ਕੇ ਜਾਂਦਾ ਨਾ ਸਾਧ ਸੰਗਤ ਜੀ, ਆਪਣੇ ਹਉਮੈ ਮਾਰ ਕੇ ਮੰਗਣ ਜਾਂਦਾ ਸਾਧ ਸੰਗਤ ਜੀ। ਜੇਕਰ ਅਸੀਂ ਆਪਣੇ ਅੰਦਰੋਂ ਹਉਮੈ ਮੁਕਾਵਾਂਗੇ, ਮੈਂ ਮੇਰੀ ਮਿਟਾ ਦਾਂਗੇ ਸਾਧ ਸੰਗਤ ਜੀ, ਤਾਂ ਦੇਖੋ ਤੁਸੀਂ, ਅਸੀਂ ਭਲੇ ਦੇ ਕਾਰਜ ਕਰਨੇ ਸ਼ੁਰੂ ਕਰ ਦੇਣੇ ਆ। ਦੇਖੋ ਤੁਸੀਂ ਆਟੋਮੈਟਿਕਲੀ ਸਾਧ ਸੰਗਤ ਜੀ, ਤੁਸੀਂ ਪਰਤਿਆ ਕੇ ਦੇਖ ਲਿਓ, ਜੇਕਰ ਸਾਡੇ ਅੰਦਰ ਈਗੋ ਚਲੀ ਗਈ ਨਾ, ਹਉਮੈ ਹੰਕਾਰ ਨਹੀਂ ਹੈ, ਆਟੋਮੈਟਿਕਲੀ ਅਸੀਂ ਭਲੇ ਦੇ ਕਾਰਜ ਕਰਾਂਗੇ, ਸਰਬੱਤ ਦੇ ਕਾਰਜ ਕਰਾਂਗੇ ਸਾਧ ਸੰਗਤ ਜੀ। ਪਹਿਲਾਂ ਵੀ ਮੈਂ ਵਿਚਾਰ ਕਰਕੇ ਹਟਿਆ, ਜੇਕਰ ਅਸੀਂ ਰਾਹ 'ਤੇ ਜਾ ਰਹੇ ਹਾਂ ਨਾ ਸਾਧ ਸੰਗਤ ਜੀ, ਕੁਛ ਵੀ ਪਿਆ ਹੁੰਦਾ, ਕੋਈ ਰੋੜਾ ਜਾਂ ਕੋਈ ਮੇਖ, ਸਾਧ ਸੰਗਤ ਜੀ ਉਹਨੂੰ ਚੱਕ ਦਿਆ ਕਰੋ।
ਇਹ ਵੀ ਭਲੇ ਦੇ ਕਾਰਜ ਨੇ। ਗਰੀਬਾਂ ਦੀ ਮਦਦ ਕਰਦਿਆ ਕਰੋ ਸਾਧ ਸੰਗਤ ਜੀ। ਇਹ ਨਹੀਂ ਹੈ ਵੀ ਤੁਸੀਂ ਕਿੰਨੇ ਗਰੀਬਾਂ ਦੀ ਮਦਦ ਕਰਨੀ ਹੈ। ਬੇਸ਼ੱਕ ਤੁਸੀਂ ਇੱਕ ਪਰਿਵਾਰ ਇੱਦਾਂ ਦਾ ਲੈ ਲਿਓ ਜੋ ਕਿ ਆਰਥਿਕ ਪੱਖੋਂ ਬਹੁਤ ਕਮਜ਼ੋਰ ਹੈ ਸਾਧ ਸੰਗਤ ਜੀ। ਆਪਾਂ ਉਸ ਦੇ ਪਰਿਵਾਰ ਦੇ ਬੱਚਿਆਂ ਦੀ ਨਾ ਵਿੱਦਿਆ ਦਾ ਖਰਚਾ ਓੜ ਲਓ, ਰਾਸ਼ਨ ਦਾ ਓੜ ਲਓ, ਇੱਕ ਖਰਚਾ ਜੋ ਮਰਜ਼ੀ ਲੈ ਲਓ ਜਿਹੜਾ ਆਪਾਂ ਪੂਰਾ ਕਰ ਸਕਦੇ ਹਾਂ ਸਾਧ ਸੰਗਤ ਜੀ। ਇੱਦਾਂ ਭਲੇ ਦੇ ਕਾਰਜ ਕਰਨੇ ਨੇ। ਸਤਿਗੁਰੂ ਜੀ ਕਹਿੰਦੇ ਜੇਕਰ ਤੂੰ ਭਲੇ ਦੇ ਕਾਰਜ ਕਰੇਗਾ ਨਾ ਤਾਂ ਸਤਿਗੁਰਾਂ ਦੇ ਜਿਹੜੇ ਗੁਣ ਨੇ ਉਹ ਤੇਰੇ ਦੇ ਵਿੱਚ ਆ ਜਾਣੇ। ਕਿੱਦਾਂ ਆ ਜਾਣੇ ਨੇ? ਸਤਿਗੁਰ ਸਭਨਾ ਦਾ ਭਲਾ ਮਨਾਈਂਦਾ, ਤਿਸ ਦਾ ਬੁਰਾ ਕਿਉਂ ਹੋਏ। ਕਦੇ ਵੀ ਤੂੰ ਆਪਣੇ ਮਨ ਦੇ ਅੰਦਰ ਕਹਿੰਦੇ ਕਿਸੇ ਦਾ ਬੁਰਾ ਨਹੀਂ ਸੋਚੇਗਾ। ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹੇਗਾ। ਉਸ ਪਰਮਾਤਮਾ ਨੂੰ ਹਰ ਵੇਲੇ ਹਾਜ਼ਰ ਨਾਜ਼ਰ ਜਾਣੇਗਾ। ਇਹ ਤਾਂ ਹੀ ਜਾਣੇਗਾ ਜੇਕਰ ਤੂੰ ਭਲੇ ਦੇ ਕਾਰਜ ਕਰੇਗਾ ਸਾਧ ਸੰਗਤ ਜੀ। ਸਤਿਗੁਰੂ ਜੀ ਸਾਨੂੰ ਇਹ ਫਰਮਾਨ ਕਰਦੇ ਨੇ। ਸੋ ਸਾਨੂੰ ਭਲੇ ਦੇ ਕਾਰਜ ਕਰਨੇ ਚਾਹੀਦੇ ਨੇ। ਹਮੇਸ਼ਾ ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿਣਾ ਚਾਹੀਦਾ, ਹੁਕਮ ਦੇ ਅੰਦਰ ਰਹਿਣਾ ਚਾਹੀਦਾ। ਉਸ ਪਰਮਾਤਮਾ ਨੂੰ ਇਹੀ ਜੋਦੜੀ ਕਰਨੀ ਹੈ, ਸੱਚੇ ਪਾਤਸ਼ਾਹ ਆਪ ਜੀ ਸਭ ਜੀਵਾਂ ਨੂੰ ਰਿਜ਼ਕ ਦਿਓ, ਸਭ ਜੀਵਾਂ ਦੀ ਪਾਲਣਾ ਕਰਿਓ। ਕੋਈ ਵੀ ਸੱਚੇ ਪਾਤਸ਼ਾਹ ਆਪ ਜੀ ਦੀ ਰਜ਼ਾ ਅਨੁਸਾਰ ਕੋਈ ਭੁੱਖਾ ਨਾ ਸੋਵੇ। ਕੋਈ ਵੀ ਸੱਚੇ ਪਾਤਸ਼ਾਹ ਆਪ ਜੀ ਦੀ ਮਿਹਰ ਦਾ ਸਦਕਾ, ਆਪ ਜੀ ਦੀ ਮਿਹਰ ਦੁਆਰਾ ਸੱਚੇ ਪਾਤਸ਼ਾਹ ਕੋਈ ਨੰਗਾ ਨਾ ਹੋਵੇ। ਜੇਕਰ ਅਸੀਂ ਪਰਮਾਤਮਾ ਨੂੰ ਅਰਦਾਸਾਂ ਬੇਨਤੀਆਂ ਜੋਦੜੀਆਂ ਕਰਾਂਗੇ ਨਾ ਸਾਧ ਸੰਗਤ ਜੀ, ਇਸ ਦੇ ਵਿੱਚੋਂ ਵੀ ਭਲੇ ਦੀ ਝਲਕ ਉੱਠਦੀ ਹੈ। ਉਸ ਪਰਮਾਤਮਾ ਦੀ ਸਿਫਤ ਸਲਾਹ ਸਾਡਾ ਕਰਿਆਂ ਦਾ ਤਾਂ ਹੀ ਫਾਇਦਾ, ਉਸ ਪਰਮਾਤਮਾ ਨੂੰ ਧਿਆਨ ਦਾ ਸਾਡਾ ਤਾਂ ਹੀ ਫਾਇਦਾ ਜੇਕਰ ਅਸੀਂ ਭਲੇ ਦੇ ਕਾਰਜ ਕਰਾਂਗੇ। ਬੇਸ਼ੱਕ ਸਾਧ ਸੰਗਤ ਜੀ ਪੂਰਾ ਗਿਆਨ ਲੈ ਲਓ, ਤੁਸੀਂ ਪੂਰੀ ਲਾਇਬ੍ਰੇਰੀ ਪੜ੍ਹ ਲਓ, ਵਾਹਿਗੁਰੂ ਵਾਹਿਗੁਰੂ ਕਰੀ ਜਾਓ, ਨਿਤਨੇਮੀ ਹੋਵੋ। ਜੇਕਰ ਸਾਡੇ ਅੰਦਰ ਭਲਾ ਕਰਨ ਦੀ ਅਤੇ ਸੇਵਾ ਕਰਨ ਦੀ, ਸਿਮਰਨ ਦੀ ਜੇਕਰ ਤਾਂਘ ਨਾ ਆਏ ਸਾਧ ਸੰਗਤ ਜੀ, ਸਾਡਾ ਜੀਵਨ ਵਿਅਰਥ ਹੈ। ਸੋ ਆਓ ਆਪਾਂ ਭਲੇ ਦੇ ਕਾਰਜ ਕਰਨੇ ਨੇ। ਹਮੇਸ਼ਾ ਭਲਾ ਸੋਚਣਾ, ਬੁਰਾ ਕਦੇ ਵੀ ਨਹੀਂ ਚਿਤਵਣਾ ਸਾਧ ਸੰਗਤ ਜੀ। ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿਣਾ, ਹਰ ਵੇਲੇ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਹੈ। ਸੋ ਸਭਨਾਂ ਜੀਵਾਂ ਦਾ ਭਲਾ ਕਰਨਾ। ਸੋ ਇਹੀ ਸਾਡੀ ਅਰਦਾਸ ਸਾਡੇ ਜੀਵਨ ਦੀ ਹੋਣੀ ਚਾਹੀਦੀ ਹੈ। ਹਰ ਵੇਲੇ ਉਸ ਪਰਮਾਤਮਾ ਨੂੰ, ਸੱਚੇ ਪਾਤਸ਼ਾਹ ਨੂੰ ਯਾਦ ਰੱਖਣਾ। ਉਸ ਪਰਮਾਤਮਾ ਨੂੰ ਕਹਿਣਾ, ਹੇ ਸੱਚੇ ਪਾਤਸ਼ਾਹ ਆਪ ਜੀ ਸਭ ਜੀਵਾਂ ਦੇ ਭਲਾ ਕਰੋ, ਸੱਚੇ ਪਾਤਸ਼ਾਹ ਸਭ ਜੀਵਾਂ ਦੀ ਰੱਖਿਆ ਕਰੋ। ਆਪ ਜੀ ਸੱਚੇ ਪਾਤਸ਼ਾਹ, ਦੇਖੋ ਤੁਸੀਂ ਪੰਛੀ ਸਾਧ ਸੰਗਤ ਜੀ ਉਦਾਹਰਨ ਦੇ ਰਹੇ ਨਾ, ਦੇਖੋ ਤੁਸੀਂ ਸਤਿਗੁਰੂ ਜੀ ਸਾਨੂੰ ਉਦਾਹਰਨਾਂ ਦੇ ਰਹੇ ਨੇ। ਕਹਿੰਦੇ ਕੰਕਰ ਚੁਗਨ ਥਲ ਵਸਨ। ਦੇਖੋ ਤੁਸੀਂ ਅੱਜ ਦਾ ਜੋ ਸਮਾਂ ਸਾਧ ਸੰਗਤ ਜੀ, ਕਿੰਨੀ ਧੁੱਪਾਂ ਪੈਂਦੀ ਹੈ। ਮਨੁੱਖਾਂ ਦੇ ਵੀ ਸਾਧ ਸੰਗਤ ਜੀ ਇੱਦਾਂ ਦੇ ਮਨੁੱਖ ਹੋ ਗਏ ਨੇ ਨਾ, ਦੇਖੋ ਤੁਸੀਂ ਪੰਛੀਆਂ ਨੂੰ ਵੀ ਨਹੀਂ ਬਖਸ਼ ਰਹੇ ਸਾਧ ਸੰਗਤ ਜੀ। ਸਾਧ ਸੰਗਤ ਜੀ ਮਨੁੱਖ ਇੱਦਾਂ ਦਾ ਹੋ ਗਿਆ, ਦੇਖੋ ਤੁਸੀਂ ਉਹ ਪੰਛੀਆਂ ਨੂੰ ਵੀ ਨਹੀਂ ਬਖਸ਼ ਰਿਹਾ। ਦੇਖੋ ਤੁਸੀਂ ਉਹ ਪੰਛੀਆਂ ਨੂੰ ਖਾ ਰਿਹਾ, ਪੰਛੀਆਂ 'ਤੇ ਅਤਿਆਚਾਰ ਕਰ ਰਿਹਾ, ਪੰਛੀਆਂ ਨੂੰ ਮਾਰ ਕੇ ਉਹ ਆਪਣੇ ਪੇਟ ਦੀ ਜੋ ਹੈ ਉਹ ਤ੍ਰਿਪਤੀ ਮਿਟਾਉਣਾ ਚਾਹੁੰਦਾ। ਸਾਧ ਸੰਗਤ ਜੀ ਦੇਖੋ ਤੁਸੀਂ ਪਰਮਾਤਮਾ ਨੇ ਆਪਾਂ ਨੂੰ 36 ਪ੍ਰਕਾਰ ਦੇ ਭੋਜਨ ਦਿੱਤੇ ਨੇ। ਦੇਖੋ ਤੁਸੀਂ ਆਪਾਂ ਫਲ ਖਾ ਸਕਦੇ ਹਾਂ, ਆਪਾਂ ਰੋਟੀ ਖਾ ਸਕਦੇ ਹਾਂ ਸਾਧ ਸੰਗਤ ਜੀ, ਹੋਰ ਅਨੇਕਾਂ ਪ੍ਰਕਾਰ ਦੇ ਆਪਾਂ ਭੋਜਨ ਤਿਆਰ ਕਰ ਸਕਦੇ ਹਾਂ। ਪਰ ਇਹ ਦੇਖੋ ਤੁਸੀਂ ਮਨੁੱਖ ਹੈ ਨਾ ਜਿਹੜਾ, ਇਹ ਪਸ਼ੂਆਂ ਨੂੰ ਖਾ ਰਿਹਾ, ਇਹ ਪਸ਼ੂਆਂ ਨੂੰ ਮਾਰ ਕੇ ਆਪਣੇ ਜੀਵਨ ਦਾ ਆਹਾਰ ਬਣਾ ਰਿਹਾ। ਆਪਣੇ ਜੀਵਨ ਦੇ ਵਿੱਚ ਇਹ ਪਸ਼ੂਆਂ ਨੂੰ ਲੈ ਕੇ ਆ ਰਿਹਾ ਅਤੇ ਕਹਿੰਦਾ ਮੈਂ ਜੇਕਰ ਪਸ਼ੂਆਂ ਨੂੰ ਖਾਊਂਗਾ ਨਾ ਤਾਂ ਮੇਰਾ ਜਿਹੜਾ ਜੀਵਨ ਦਾ ਸੁਧਾਰ ਹੋ ਜਾਣਾ। ਸਾਧ ਸੰਗਤ ਜੀ ਇਹ ਦੇਖੋ ਤੁਸੀਂ ਬੁਰਾ ਕਰਮ ਹੈ ਨਾ। ਸਤਿਗੁਰੂ ਜੀ ਸਾਨੂੰ ਸਿਖਾ ਰਹੇ ਨੇ, ਕਹਿੰਦੇ ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਪਰ ਇਹ ਮਨੁੱਖ ਦਾ ਸਾਧ ਸੰਗਤ ਜੀ ਵਿਰਧ ਹੈ। ਇਹ ਕਦੇ ਵੀ ਕਹਿੰਦੇ ਚੰਗੇ ਕਰਮ ਨਹੀਂ ਕਰਦਾ, ਕਹਿੰਦੇ ਭਲਾ ਨਹੀਂ ਕਰਦਾ, ਕਹਿੰਦੇ ਇਹ ਬੁਰੇ ਕਰਮਾਂ ਦੇ ਮਗਰ ਜਾਂਦਾ। ਫਿਰ ਸਤਿਗੁਰੂ ਜੀ ਕਹਿੰਦੇ ਦੁੱਖ ਪਾਉਂਦਾ। ਸਤਿਗੁਰੂ ਜੀ ਕਹਿੰਦੇ ਜੇਕਰ ਕੋਈ ਮਨੁੱਖ ਕਹਿੰਦੇ ਇੱਦਾਂ ਕਹਿੰਦੇ ਪਸ਼ੂਆਂ ਨੂੰ ਖਾ ਕੇ ਭਾਈ ਆਪਣਾ ਕਹਿੰਦੇ ਗੁਜ਼ਾਰਾ ਕਰਨਾ ਚਾਹੁੰਦਾ ਨਾ ਸਾਧ ਸੰਗਤ ਜੀ, ਕਹਿੰਦੇ ਆਪਣੇ ਜੀਵਨ ਦਾ ਆਹਾਰ ਬਣਾਉਣਾ ਚਾਹੁੰਦਾ, ਕਹਿੰਦੇ ਫਿਰ ਇਹ ਮਤ ਸੋਚੇ ਵੀ ਉਹਦੇ ਜੀਵਨ ਦੇ ਵਿੱਚ ਕਹਿੰਦੇ ਭਲਾ ਆਊਗਾ। ਕਹਿੰਦੇ ਉਹਨੇ ਦੁੱਖ ਪਾਉਣੇ ਨੇ, ਕਹਿੰਦੇ ਉਹਦਾ ਵੀ ਇਹੀ ਸਮਾਂ ਆਉਣਾ, ਕਹਿੰਦੇ ਜਦੋਂ ਉਸ ਨੂੰ ਜਮਾ ਨੇ ਲੈ ਕੇ ਜਾਣਾ ਨਾ ਤਾਂ ਸਾਧ ਸੰਗਤ ਜੀ ਉੱਪਰ ਕਹਿੰਦੇ ਕੜਾਹਿਆਂ ਦੇ ਵਿੱਚ ਉਬਾਲਿਆ ਜਾਣਾ। ਫਿਰ ਸਾਧ ਸੰਗਤ ਜੀ ਕਹਿੰਦੇ ਕੋਈ ਸਹਾਈ ਨਹੀਂ ਹੁੰਦਾ, ਫਿਰ ਰੋਂਦਾ ਕਰਲਾਉਂਦਾ, ਫਿਰ ਉਸ ਪਰਮਾਤਮਾ ਅੱਗੇ ਅਰਦਾਸਾਂ ਕਰਦਾ। ਫਿਰ ਸਤਿਗੁਰੂ ਜੀ ਫਰਮਾਨ ਕਰਦੇ ਨੇ, ਕਹਿੰਦੇ ਭਾਈ ਤੈਨੂੰ ਕਿਹਾ ਸੀ ਨਾ ਵੀ ਤੂੰ ਭਲੇ ਦੇ ਕਾਰਜ ਕਰਿਆ ਕਰ, ਪਰ ਤੂੰ ਤਾਂ ਕਹਿੰਦੇ ਪਸ਼ੂਆਂ 'ਤੇ ਅਤਿਆਚਾਰ ਕਰ ਰਿਹਾ ਸੀ, ਕਹਿੰਦੇ ਪੰਛੀਆਂ 'ਤੇ ਅਤਿਆਚਾਰ ਕਰ ਰਿਹਾ ਸੀ, ਉਸ ਨੂੰ ਆਪਣੇ ਜੀਵਨ ਦਾ ਆਹਾਰ ਬਣਾਇਆ ਅਤੇ ਹੁਣ ਤੂੰ ਕਹਿ ਰਿਹਾ ਵੀ ਮੈਨੂੰ ਬਖਸ਼ ਦਿਓ। ਸਾਧ ਸੰਗਤ ਜੀ ਇੱਦਾਂ ਦਾ ਸਮਾਂ ਆਉਂਦਾ ਫਿਰ ਸਤਿਗੁਰੂ ਜੀ ਵੀ ਫਿਰ ਬਖਸ਼ਦੇ ਨੇ। ਸਤਿਗੁਰੂ ਜੀ ਨੇ ਫਰਮਾਨ ਕੀਤਾ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕਹਿੰਦੇ ਰਹਿਤ ਪਿਆਰੇ ਮੁਝ ਕੋ ਸਿੱਖ ਪਿਆਰਾ ਨਾਏ। ਸਾਧ ਸੰਗਤ ਜੀ ਸਤਿਗੁਰੂ ਜੀ ਫਰਮਾਨ ਕਰਦੇ ਨੇ, ਕਹਿੰਦੇ ਮੈਨੂੰ ਸਿੱਖ ਨਹੀਂ ਪਿਆਰਾ, ਮੈਨੂੰ ਰਹਿਤ ਪਿਆਰੀ ਹੈ। ਸਾਧ ਸੰਗਤ ਜੀ ਰਹਿਣੀ ਰਹਿ ਸੋਈ ਸਿੱਖ ਮੇਰਾ, ਹਉ ਸਾਹਿਬ ਮੈਂ ਤਿਸ ਕਾ ਚੇਰਾ। ਸਤਿਗੁਰੂ ਜੀ ਕਹਿੰਦੇ ਜਿਹੜਾ ਕਹਿੰਦੇ ਰਹਿਣੀ ਦੇ ਵਿੱਚ ਰਹਿੰਦਾ ਨਾ, ਉਸ ਪਰਮਾਤਮਾ ਦੀ ਸਿਫਤ ਸਲਾਹ ਕਰਦਾ, ਉਸ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣਦਾ,
ਆਪਣੇ ਜੀਵਨ ਦੇ ਵਿੱਚ ਲੈ ਕੇ ਆਉਣਾ ਚਾਹੁੰਦਾ। ਸਾਧ ਸੰਗਤ ਜੀ, ਸਤਿਗੁਰੂ ਜੀ ਕਹਿੰਦੇ ਭਾਈ ਉਹੀ ਮੇਰਾ ਸਿੱਖ ਹੈ, ਉਹੀ ਕਹਿੰਦੇ ਮੇਰਾ ਪਿਆਰਾ ਹੈ, ਉਹੀ ਕਹਿੰਦੇ ਗੁਰਸਿੱਖ ਹੈ। ਸਾਧ ਸੰਗਤ ਜੀ, ਆਪਾਂ ਆਪਣੇ ਜੀਵਨ ਦੇ ਵਿੱਚ ਚੰਗੇ ਕਰਮ ਕਰਨੇ, ਕਦੇ ਵੀ ਕਹਿੰਦੇ ਬੁਰਾ ਨਹੀਂ ਸੋਚਣਾ। ਸਾਧ ਸੰਗਤ ਜੀ, ਸੋ ਸਾਡੇ ਜੀਵਨ ਦੇ ਵਿੱਚ ਚੰਗਿਆਈਆਂ ਚਮਕਣੀਆਂ ਚਾਹੀਦੀਆਂ ਨੇ, ਬੁਰਾ ਕਰਮ ਤਾਂ ਸਾਡੇ ਨੇੜੇ ਤੇੜੇ ਵੀ ਨਹੀਂ ਹੋਣਾ ਚਾਹੀਦਾ। ਸਾਧ ਸੰਗਤ ਜੀ, ਹਰ ਵੇਲੇ ਭਲੇ ਦੇ ਕਾਰਜ ਕਰਿਆ ਕਰੋ, ਉਸ ਪਰਮਾਤਮਾ ਦੀ ਸਿਫਤ ਸਲਾਹ ਕਰਿਆ ਕਰੋ। ਉਸ ਪਰਮਾਤਮਾ ਦੀ ਸਿਫਤ ਸਲਾਹ ਕਰਿਆ ਸਾਡਾ ਜੀਵਨ ਸੋਹਣਾ ਬਣ ਜਾਣਾ, ਸਾਡੇ ਜੀਵਨ ਦੇ ਵਿੱਚ ਖੇੜਾ ਆ ਜਾਣਾ। ਸਾਧ ਸੰਗਤ ਜੀ, ਮੈਂ ਵਾਰੀ ਵਾਰੀ ਇਹੀ ਬੇਨਤੀਆਂ ਕਰਦਾ ਹੁੰਦਾ, ਸੋ ਇਹਨਾਂ ਬੇਨਤੀਆਂ ਦੇ ਸਾਧ ਸੰਗਤ ਜੀ ਅਮਲ ਕਰਿਆ ਕਰੋ। ਆਪ ਜੀ ਕਿਰਪਾ ਕਰਿਆ ਕਰੋ। ਸਾਧ ਸੰਗਤ ਜੀ, ਉਸ ਪਰਮਾਤਮਾ ਨੂੰ ਹਮੇਸ਼ਾ ਆਪਣੇ ਜੀਵਨ ਦੇ ਵਿੱਚ ਰੱਖਿਆ ਕਰੋ। ਉਸ ਪਰਮਾਤਮਾ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ। ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿਣਾ ਚਾਹੀਦਾ। ਕਿਹੜਾ ਪਰਮਾਤਮਾ? ਜਿਹੜਾ ਸਾਡੀ ਪਲ ਪਲ ਰੱਖਿਆ ਕਰਦਾ, ਹਰ ਪ੍ਰਕਾਰ ਸਾਡੀ ਸਹਾਇਤਾ ਕਰਦਾ, ਕਦੇ ਵੀ ਸਾਨੂੰ ਕਿਸੇ ਪ੍ਰਕਾਰ ਦੀ ਆਂਚ ਨਹੀਂ ਆਉਣ ਦਿੰਦਾ। ਸਤਿਗੁਰੂ ਜੀ ਸਾਡੇ ਸਹਾਈ ਹੁੰਦੇ ਨੇ। ਸਾਧ ਸੰਗਤ ਜੀ, ਤਾਂ ਹੀ ਸਹਾਈ ਹੋਣਗੇ ਜੇਕਰ ਅਸੀਂ ਆਪਣੇ ਅੰਦਰ ਭਲੇ ਦੀਆਂ ਅਰਦਾਸਾਂ ਕਰਾਂਗੇ, ਭਲੇ ਦੀ ਸਾਡੇ ਅੰਦਰ ਤਾਂਘ ਹੋਏਗੀ, ਸਰਬੱਤ ਜੀਵਾਂ ਦਾ ਅਸੀਂ ਭਲਾ ਸੋਚਾਂਗੇ। ਸਾਧ ਸੰਗਤ ਜੀ, ਫਿਰ ਸਤਿਗੁਰੂ ਜੀ ਸਾਡੇ 'ਤੇ ਸਹਾਈ ਹੋਣਗੇ, ਸਾਡੇ ਕਾਰਜ ਆਟੋਮੈਟਿਕਲੀ ਪੂਰੇ ਹੋਣ ਲੱਗ ਜਾਣੇ ਨੇ। ਸਤਿਗੁਰੂ ਜੀ ਸਾਨੂੰ ਸਹਾਈ ਹੋਣਗੇ, ਸਾਡੇ 'ਤੇ ਮਿਹਰ ਭਰਿਆ ਹੱਥ ਰੱਖਣਗੇ। ਸਤਿਗੁਰੂ ਜੀ ਪਿਆਰਿਓ, ਇਹ ਜਿਹੜਾ ਭਲੇ ਦਾ ਕਾਰਜ ਹੈ ਨਾ ਸਾਧ ਸੰਗਤ ਜੀ, ਅੱਜ ਆਓ ਆਪਾਂ ਘਰ ਤੋਂ ਹੀ ਸ਼ੁਰੂ ਕਰੀਏ। ਸਾਧ ਸੰਗਤ ਜੀ, ਆਪਣੇ ਮਾਤਾ ਪਿਤਾ ਤੋਂ ਸ਼ੁਰੂ ਕਰੀਏ। ਸਾਧ ਸੰਗਤ ਜੀ, ਇੱਦਾਂ ਦੇ ਮਨੁੱਖ ਹੁੰਦੇ ਨੇ, ਕਈ ਵਾਰੀ ਆਪਾਂ ਸੁਣਦੇ ਹਾਂ ਨਾ, ਜੇਕਰ ਪਿੰਡ ਦੇ ਵਿੱਚ ਛਬੀਲ ਰੱਬੀ ਹੋਵੇ, ਸਾਧ ਸੰਗਤ ਜੀ ਘਰੇ ਬਾਪੂ ਕਹਿੰਦਾ ਪੁੱਤ ਮੈਨੂੰ ਪਾਣੀ ਦਾ ਗਲਾਸ ਫੜਾਈ, ਪਰ ਪੁੱਤ ਕੀ ਕਰਦਾ? ਬਾਪੂ ਚੱਕ ਲਈ, ਮੈਂ ਛਬੀਲ 'ਤੇ ਜਾਣਾ। ਸਾਧ ਸੰਗਤ ਜੀ ਦੇਖੋ ਤੁਸੀਂ, ਉਹ ਕੀ ਛਬੀਲ 'ਤੇ ਕਰੀ ਸੇਵਾ ਤੁਹਾਡੀ ਥਾਂ ਪਏਗੀ। ਜੇਕਰ ਅਸੀਂ ਆਪਣੇ ਮਾਂ ਪਿਓ ਨੂੰ, ਆਪਣੇ ਮਾਤਾ ਪਿਤਾ ਦੀ ਸੇਵਾ ਨਹੀਂ ਕਰਾਂਗੇ ਨਾ, ਤਾਂ ਸਾਧ ਸੰਗਤ ਜੀ ਸਾਡਾ ਲੰਗਰਾਂ ਦੇ ਵਿੱਚ ਸੇਵਾ ਕਰਿਆ, ਹੋਰ ਸਰਬੱਤ ਦੇ ਕਾਰਜ ਕਰੇ, ਸਾਡੇ ਕਿਤੇ ਥਾਂ ਹੀ ਨਹੀਂ ਪੈਣੇ। ਆਓ ਆਪਾਂ ਆਪਣੇ ਘਰ ਤੋਂ ਹੀ ਸ਼ੁਰੂ ਕਰੀਏ, ਆਪਣੇ ਮਾਤਾ ਪਿਤਾ ਦੀ ਸੇਵਾ ਕਰੀਏ, ਆਪਣੇ ਮਾਤਾ ਪਿਤਾ ਦੇ ਆਗਿਆਕਾਰੀ ਬਣੀਏ, ਹਰ ਵੇਲੇ ਉਹਨਾਂ ਦੀ ਸੇਵਾ ਦੇ ਵਿੱਚ ਜੁਟੇ ਰਹੀਏ, ਜੀ ਕਹਾਈਏ ਜੀ ਕਹੀਏ, ਹਰ ਵੇਲੇ ਉਹਨਾਂ ਦੀ ਆਪਾਂ ਰੱਖਿਆ ਕਰਨੀ ਹੈ। ਕਿਸੇ ਪ੍ਰਕਾਰ ਦੀ ਉਹਨਾਂ ਨੂੰ ਦੁੱਖ ਨਹੀਂ ਆਉਣਾ ਚਾਹੀਦਾ, ਕਿਸੇ ਪ੍ਰਕਾਰ ਦੀ ਉਹਨਾਂ ਨੂੰ ਦਵਾਈ ਦੀ ਜ਼ਰੂਰਤ ਹੈ, ਰੋਟੀ ਪਾਣੀ ਦੀ ਜ਼ਰੂਰਤ ਹੈ, ਸਾਧ ਸੰਗਤ ਜੀ ਕਿਸੇ ਵੀ ਕੰਮ ਦੀ ਜ਼ਰੂਰਤ ਹੈ, ਤਾਂ ਆਪਾਂ ਉਹਨਾਂ ਦੇ ਨਾਲ ਹੱਥ ਵਟਾਇਆ ਕਰੀਏ, ਕਦੇ ਵੀ ਉਹਨਾਂ ਨੂੰ ਨੀਚਾ ਨਾ ਦਿਖਾਇਆ ਕਰੀਏ। ਇਹ ਮਤ ਕਿਹਾ ਕਰੀਏ ਕਿ ਮੈਨੂੰ ਕੋਈ ਕੀ ਕਹੇਗਾ। ਸਾਧ ਸੰਗਤ ਜੀ, ਆਪਣੇ ਮਾਪਿਆਂ ਦੀ ਸੇਵਾ ਕਰਨਾ ਹੀ ਸਾਡਾ ਵੱਡਾ ਧਰਮ ਹੈ। ਸਾਧ ਸੰਗਤ ਜੀ, ਪਹਿਲਾਂ ਦੇਖੋ ਤੁਸੀਂ, ਰੱਬ ਦੂਸਰਾ ਜਿਹੜਾ ਰੱਬ ਦਾ ਰੂਪ ਹੈ ਨਾ ਸਾਧ ਸੰਗਤ ਜੀ, ਉਹ ਮਾਂ ਨੂੰ ਕਿਹਾ ਗਿਆ। ਸੋ ਮਾਤਾ ਪਿਤਾ ਦੀ ਆਪਾਂ ਸੇਵਾ ਕਰਨੀ ਹੈ। ਮਾਤਾ ਪਿਤਾ ਦੀ ਸੇਵਾ ਜੇਕਰ ਆਪਾਂ ਘਰ ਦੇ ਵਿੱਚ ਕਰਾਂਗੇ ਨਾ ਸਾਧ ਸੰਗਤ ਜੀ, ਇੱਕ ਤਰ੍ਹਾਂ ਦੀ ਰੱਬ ਦੀ ਸੇਵਾ। ਸਤ ਸੰਗਤ ਜੀ, ਆਪਣੇ ਘਰ ਤੋਂ ਆਪਾਂ ਸ਼ੁਰੂ ਕਰੀਏ ਭਲੇ ਦੇ ਕਾਰਜ ਕਰਨੇ, ਤਾਂ ਇੱਕ ਦਿਨ ਆਪਾਂ ਇੰਨੀ ਉੱਚੀ ਪਦਵੀ ਦੇ ਵਿੱਚ ਪਹੁੰਚ ਜਾਣਾ। ਸਾਧ ਸੰਗਤ ਜੀ, ਮਾਂ ਦੀ ਜਿਹੜੀ ਅਸੀਸ ਹੈ ਨਾ, ਉਹ ਇੰਨੀ ਕਹਿੰਦੇ ਜ਼ਬਰਦਸਤ ਹੁੰਦੀ ਹੈ ਨਾ, ਕਹਿੰਦੇ ਇੰਨੀ ਕਹਿੰਦੇ ਉਹ ਚੰਗੀ ਹੁੰਦੀ ਹੈ ਨਾ, ਜੇਕਰ ਮਾਂ ਕਹਿੰਦੇ ਦਿਲੋਂ ਅਸੀਸ ਦੇਵੇ, ਤਾਂ ਕੋਈ ਵੀ ਕਹਿੰਦੇ ਦੁਨੀਆ ਦੀ ਇੱਦਾਂ ਦੀ ਤਾਕਤ ਨਹੀਂ, ਇੱਦਾਂ ਦਾ ਕੋਈ ਟੂਣਾ ਤਵੀਤ ਨਹੀਂ ਜਿਹੜਾ ਕਹਿੰਦੇ ਮਾਂ ਦੀ ਅਸੀਸ ਤੋਂ ਵੱਧ ਕੇ ਹੋਵੇ। ਸਾਧ ਸੰਗਤ ਜੀ, ਮਾਂ ਦੀਆਂ ਅਸੀਸਾਂ ਲੈਣੀਆਂ ਨੇ, ਮੈਂ ਸਭ ਨੂੰ ਬੇਨਤੀ ਕਰਾਂਗਾ ਆਪਣੇ ਮਾਂ ਪਿਓ ਦੀ ਸੇਵਾ ਕਰੀਏ, ਉਹਨਾਂ ਦੀ ਆਪਾਂ ਸਹਾਇਤਾ ਕਰੀਏ, ਕਦੇ ਵੀ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਦੁੱਖ ਨਾ ਆਉਣ ਦਈਏ। ਹਮੇਸ਼ਾ ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਆਪਣੀ ਵੀ ਕਰਨੀ ਹੈ, ਉਹਨਾਂ ਮਾਤਾ ਪਿਤਾ ਦੀ ਵੀ ਕਰਨੀ ਹੈ, ਅਤੇ ਸਰਬੱਤ ਸੰਗਤ ਦੀ, ਸਭ ਦੁਨੀਆ ਦਾ ਭਲਾ ਕਰਨਾ ਹੈ। ਸਰਬੱਤ ਦਾ ਭਲਾ ਮੰਗਾਂਗੇ ਨਾ ਸਾਧ ਸੰਗਤ ਜੀ, ਤਾਂ ਇੱਕ ਦਿਨ ਸਾਡਾ ਇਹ ਜਿਹੜਾ ਜੀਵਨ ਹੈ ਨਾ, ਇਹ ਸੋਹਣਾ ਬਣ ਜਾਣਾ। ਸਾਧ ਸੰਗਤ ਜੀ, ਉਹ ਮਾਂ ਨੂੰ ਕਹਿੰਦੇ ਕਦੇ ਨਹੀਂ ਭੁੱਲਣਾ ਚਾਹੀਦਾ। ਸਾਧ ਸੰਗਤ ਜੀ, ਜਿਹਨੇ ਸਾਨੂੰ ਆਪ ਗਿੱਲੇ ਥਾਂ ਪੈ ਕੇ ਸਾਨੂੰ ਕਹਿੰਦੇ ਸੁੱਕੇ ਥਾਂ 'ਤੇ ਪਾਇਆ, ਆਪ ਗਰਮੀ ਦੇ ਵਿੱਚ ਪਈ ਪਰ ਸਾਨੂੰ ਝੱਲ ਮਾਰਦੀ ਰਹੀ, ਆਪ ਕਹਿੰਦੇ ਭੁੱਖੀ ਸੌਂਦੀ ਰਹੀ ਪਰ ਸਾਡਾ ਪੇਟ ਭਰਦੀ ਰਹੀ। ਸਾਧ ਸੰਗਤ ਜੀ, ਆਪ ਕਹਿੰਦੇ ਉਹਨੇ ਕੱਪੜੇ ਨਹੀਂ ਪਾਏ ਕਰ ਸਾਡੇ ਲਈ ਕਹਿੰਦੇ ਉਹ ਕੱਪੜਿਆਂ ਦਾ ਇੰਤਜ਼ਾਮ ਕਰਦੀ ਰਹੀ। ਸਾਧ ਸੰਗਤ ਜੀ ਦੇਖੋ ਤੁਸੀਂ, ਉਹਨਾਂ ਨੇ ਸਾਨੂੰ ਕਿੱਦਾਂ ਸਾਡੀ ਜਿਹੜੀ ਪਾਸ਼ਣ ਉਹ ਕੀਤੀ ਹੈ, ਕਹਿੰਦੇ ਪੋਲਣ ਪਾਸ਼ਣ, ਦੇਖੋ ਤੁਸੀਂ ਉਹਨੇ ਸਾਡੀ ਕਿੱਦਾਂ ਸਹਾਇਤਾ ਕੀਤੀ ਹੈ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਕਹਿੰਦੇ ਭਾਈ ਉਸ ਮਾਂ ਨੂੰ ਕਹਿੰਦੇ ਕਦੇ ਨਹੀਂ ਭੁੱਲਣਾ ਚਾਹੀਦਾ, ਉਸ ਮਾਂ ਦੀ ਸੇਵਾ ਕਰਨੀ ਚਾਹੀਦੀ ਹੈ, ਪਿਤਾ ਦੀ ਸੇਵਾ ਕਰਨੀ ਚਾਹੀਦੀ, ਜਿਹਨੇ ਸਾਨੂੰ ਇਸ ਦੁਨੀਆ ਦਿਖਾਈ ਹੈ। ਕਹਿੰਦੇ ਸਾਨੂੰ ਇਸ ਦੁਨੀਆ 'ਤੇ ਆਉਣ ਦਾ ਜਿਹੜਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਨਾ ਸਾਧ ਸੰਗਤ ਜੀ, ਉਹ ਮਾਤਾ ਪਿਤਾ ਦੁਆਰਾ ਹੋਇਆ। ਤੋ ਕਦੇ ਵੀ ਉਸ ਮਾਤਾ ਪਿਤਾ ਨੂੰ ਭੁੱਲਣਾ ਨਹੀਂ ਚਾਹੀਦਾ, ਉਸ ਮਾਤਾ ਪਿਤਾ ਦੀ ਸੇਵਾ ਕਰਨੀ ਚਾਹੀਦੀ ਹੈ। ਇਹ ਵੀ ਸਾਧ ਸੰਗਤ ਜੀ ਸਰਬੱਤ ਦੇ ਕਾਰਜ ਦੇ ਵਿੱਚ, ਭਲੇ ਦੇ ਕਾਰਜ ਦੇ ਵਿੱਚ ਆ ਜਾਂਦਾ। ਕਿਸੇ ਵੀ ਪ੍ਰਕਾਰ ਦਾ ਭਲੇ ਦਾ ਕਾਰਜ ਆ ਸਾਧ ਸੰਗਤ ਜੀ, ਮੈਂ ਦੁਬਾਰਾ ਫੇਰ ਬੇਨਤੀ ਕਰ ਰਿਹਾ ਵੀ ਉਹ ਕਰਨਾ ਚਾਹੀਦਾ। ਸਾਨੂੰ ਕਦੇ ਵੀ ਆਪਣੇ ਮਾਤਾ ਪਿਤਾ ਦੀ ਸੇਵਾ ਤੋਂ ਮੁਨਕਰ ਨਹੀਂ ਹੋਣਾ ਚਾਹੀਦਾ,
ਉਹਨਾਂ ਦੀ ਸੇਵਾ ਦੇ ਵਿੱਚ ਡਟੇ ਰਹਿਣਾ ਚਾਹੀਦਾ। ਉਹਨਾਂ ਨੂੰ ਕੀ ਚੀਜ਼ ਚਾਹੀਦੀ ਹੈ ਪੁੱਛਣਾ ਚਾਹੀਦੀ ਹੈ। ਸਾਧ ਸੰਗਤ ਜੀ ਦੇਖੋ ਤੁਸੀਂ, ਅਸੀਂ ਐਡੇ ਅਹੁਦਿਆਂ 'ਤੇ ਪਹੁੰਚ ਗਏ, ਜੇਕਰ ਅਸੀਂ ਫਿਰ ਵੀ ਆਪਣੇ ਮਾਤਾ ਪਿਤਾ ਨੂੰ ਨਹੀਂ ਨਾ ਸੰਭਾਲ ਸਕਦੇ, ਸਾਧ ਸੰਗਤ ਜੀ ਸਾਡਾ ਤਾਂ ਕਹਿੰਦੇ ਇਹ ਜੀਵਨ ਕਹਿੰਦੇ ਤਿਕਾਰ ਹੈ। ਜੇ ਅਸੀਂ ਇਸ ਜੀਵਨ 'ਤੇ ਆਏ, ਜਿਹਾ ਨਾ ਆਏ, ਸਾਧ ਸੰਗਤ ਜੀ ਸਾਡਾ ਇਸ ਜੀਵਨ 'ਤੇ ਆਇਆ ਕੋਈ ਵੀ ਮਨੋਰਥ ਨਹੀਂ ਹੈਗਾ। ਤਾਂ ਅਸੀਂ ਕਹਿੰਦੇ ਜਿਹੜਾ ਪਰਮਾਤਮਾ ਦਾ ਨਾਮ ਜਪੇ ਸਾਡਾ ਕੋਈ ਥਾਂ ਹੀ ਨਹੀਂ ਪੈਣਾ ਜੇਕਰ ਅਸੀਂ ਆਪਣੇ ਮਾਤਾ ਪਿਤਾ ਦੀ ਸੇਵਾ ਨਹੀਂ ਕਰਾਂਗੇ। ਪਿਆਰਿਓ, ਅੱਜ ਬਿਰਧ ਆਸ਼ਰਮ ਬਣ ਗਏ, ਦੇਖੋ ਤੁਸੀਂ ਵਿਸ਼ਰਾਮ ਘਰ ਬਣ ਗਏ। ਸਾਧ ਸੰਗਤ ਜੀ ਇਹ ਸਾਡੀ ਕਹਿੰਦੇ ਘਾਟ ਹੈ। ਦੇਖੋ ਤੁਸੀਂ ਆਪਾਂ ਆਪਣੇ ਮਾਤਾ ਪਿਤਾ ਦੀ ਸੇਵਾ ਨਹੀਂ ਨਾ ਕਰਦੇ, ਸਾਧ ਸੰਗਤ ਜੀ ਉਹ ਕਿੱਥੇ ਜਾਣਗੇ। ਦੇਖੋ ਤੁਸੀਂ ਆਪਾਂ ਉਹਨਾਂ ਨੂੰ, ਦੇਖੋ ਤੁਸੀਂ ਉਹਨਾਂ ਨੇ ਆਪਾਂ ਨੂੰ ਪਾਲਿਆ ਪੋਸ਼ਿਆ, ਆਪਣੇ ਲਈ ਇੰਨੀਆਂ ਕੋਠੀਆਂ ਕਾਰਾਂ ਬਣਾਈਆਂ, ਆਪਣੇ ਲਈ ਸਾਰੀ ਉਮਰ ਗੁਜ਼ਾਰਤੀ। ਸਾਧ ਸੰਗਤ ਜੀ ਕਹਿੰਦੇ ਜਿਹੜਾ ਮਨੁੱਖ ਹੈ ਨਾ, ਕਹਿੰਦੇ ਆਪਣੇ ਮਾਤਾ ਪਿਤਾ ਨੂੰ ਘਰ ਰੱਖਣ ਲਈ ਤਿਆਰ ਨਹੀਂ। ਫਿਰ ਦੇਖੋ ਤੁਸੀਂ ਕਹਿੰਦੇ ਭਲੇ ਦੇ ਕਾਰਜ ਕਰਦਾ, ਪਰ ਉਹ ਭਲੇ ਦੇ ਕਾਰਜ ਕਰੇ ਨਿਫਲ ਨੇ। ਸਾਧ ਸੰਗਤ ਜੀ ਜੇਕਰ ਅਸੀਂ ਆਪਣੇ ਮਾਤਾ ਪਿਤਾ ਦੀ ਸੇਵਾ ਨਹੀਂ ਕਰਨੀ, ਸੋ ਆਪਣੇ ਜੀਵਨ ਦੇ ਵਿੱਚ ਭਲੇ ਦੇ ਕਾਰਜ ਇਹੀ ਸਾਧ ਸੰਗਤ ਜੀ ਸਾਡੇ ਲਈ ਝਲਕਦੇ ਰਹੇ ਨੇ। ਸਤਿਗੁਰੂ ਜੀ ਦੇਖੋ ਤੁਸੀਂ, ਸਤਿਗੁਰੂ ਜੀ ਦਾ ਬਿਰਧ ਹੈ ਨਾ, ਕਹਿੰਦੇ ਸਤਿਗੁਰ ਸਭਨਾ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉਂ ਹੋਏ। ਦੇਖੋ ਤੁਸੀਂ ਆਪਣੇ ਸਤਿਗੁਰਾਂ ਦੇ ਬਚਨ ਆਪਣੇ ਜੀਵਨ ਦੇ ਵਿੱਚ ਢਾਲਣੇ ਨੇ, ਆਪਣੇ ਜੀਵਨ ਦੇ ਵਿੱਚ ਲੈ ਕੇ ਆਉਣੇ ਨੇ। ਦੇਖੋ ਤੁਸੀਂ ਕਦੇ ਵੀ ਤੁਸੀਂ ਦੇਖ ਕੇ ਸੋਚ ਕੇ ਦੇਖੋ ਸਾਧ ਸੰਗਤ ਜੀ, ਸਤਿਗੁਰੂ ਨੇ ਕਦੇ ਕਿਸੇ ਦਾ ਬੁਰਾ ਕੀਤਾ? ਸਤਿਗੁਰੂ ਜੀ ਹਮੇਸ਼ਾ ਭਲਾ ਕਰਦੇ ਨੇ, ਕਦੇ ਵੀ ਉਹ ਆਪਣੇ ਸੇਵਕ ਦਾ ਬੁਰਾ ਨਹੀਂ ਸੋਚਦੇ। ਸਤਿਗੁਰੂ ਜੀ ਹਮੇਸ਼ਾ ਭਲਾ ਕਰਦੇ ਨੇ। ਸਾਧ ਸੰਗਤ ਜੀ ਜੇਕਰ ਕੋਈ ਕਹਿੰਦਾ ਨਾ ਵੀ ਪਰਮਾਤਮਾ ਮੇਰੇ ਲਈ ਕੀ ਕਰਦਾ, ਸਾਧ ਸੰਗਤ ਜੀ ਉਹਦੀ ਮੂਰਖਤਾ। ਸੋ ਸਾਨੂੰ ਉਸ ਪਰਮਾਤਮਾ ਦੇ ਵੀ ਗੁਣ ਚੰਗੇ ਨਹੀਂ ਲੱਗਦੇ। ਸਾਧ ਸੰਗਤ ਜੀ ਅਸੀਂ ਉਸ ਪਰਮਾਤਮਾ ਨੂੰ ਉਲਾਂਭੇ ਦੇਈ ਜਾ ਰਹੇ ਹਾਂ ਵੀ ਹਾਂ ਪਰਮਾਤਮਾ ਨੇ ਮੇਰੇ ਲਈ ਕੀ ਕੀਤਾ, ਮੇਰੇ ਲਈ ਕੀ ਕੀਤਾ। ਸੋ ਅਸੀਂ ਤਾਂ ਹੀ ਤਾਂ ਸਾਧ ਸੰਗਤ ਜੀ ਸਾਡੇ ਜੀਵਨ ਦੇ ਵਿੱਚ ਨੀਚ ਕਰਮ ਆਏ ਨੇ, ਤਾਂ ਹੀ ਤਾਂ ਅਸੀਂ ਬੁਰੇ ਕਰਮ ਕਰਦੇ ਹਾਂ ਜੇਕਰ ਸਾਡੇ ਜੀਵਨ ਦੇ ਵਿੱਚ ਪਰਮਾਤਮਾ ਨਹੀਂ ਨਾ ਆਇਆ। ਸਾਧ ਸੰਗਤ ਜੀ ਦੇਖੋ ਤੁਸੀਂ, ਤਾਂ ਹੀ ਅਸੀਂ ਉਸ ਪਰਮਾਤਮਾ ਤੋਂ ਵਿਛੜ ਕੇ, ਸਤਿਗੁਰੂ ਜੀ ਕਹਿੰਦੇ ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ। ਜੇਕਰ ਅਸੀਂ ਇਸ ਪਰਮਾਤਮਾ ਨੂੰ ਭੁੱਲਦੇ ਹਾਂ ਨਾ ਸਾਧ ਸੰਗਤ, ਸਤਿਗੁਰੂ ਜੀ ਕਹਿੰਦੇ ਭਾਈ ਬੜਾ ਦੁੱਖ ਲੱਗਦਾ। ਫਿਰ ਸਤਿਗੁਰੂ ਜੀ ਕੀ ਫਰਮਾਨ ਕਰਦੇ ਨੇ, ਕਹਿੰਦੇ ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਵਿਕਾਰ, ਜੈ ਤਨ ਬਾਣੀ ਬਿਸਰ ਜਾਏ, ਜਿਉ ਪੱਕਾ ਰੋਗੀ ਬਿਲ ਲਾਏ, ਬਹੁਤਾ ਬੋਲਣ ਝੱਖਣ ਹੋਏ, ਬਿਨ ਬੋਲੇ ਜਾਣੈ ਸਭ ਸੋਏ। ਸਾਧ ਸੰਗਤ ਜੀ ਸਤਿਗੁਰੂ ਜੀ ਸਾਨੂੰ ਫਰਮਾਨ ਕਰਦੇ ਨੇ, ਕਹਿੰਦੇ ਭਾਈ ਤੇਰਾ ਇਹ ਸਰੀਰ ਕਹਿੰਦੇ ਜਿਹੜਾ ਬਾਣੀ ਤੋਂ ਬਿਨਾਂ ਨਾ ਕਹਿੰਦੇ ਤਪਦਾ ਜਾ ਰਿਹਾ। ਕਹਿੰਦੇ ਭਾਈ ਜੇਕਰ ਤੂੰ ਬਹੁਤਾ ਬੋਲਦਾ ਨਾ, ਸਾਧ ਸੰਗਤ ਜੀ ਕਹਿੰਦੇ ਬਹੁਤਾ ਬੋਲਣਾ ਭਾਈ ਝੱਖਣ ਹੀ ਹੁੰਦਾ। ਸਾਧ ਸੰਗਤ ਜੀ ਆਪਾਂ ਫਰਮਾਨ ਕਰਕੇ ਹਟਿਆ ਨਾ, ਆਪਣੇ ਮਾਤਾ ਪਿਤਾ ਨੂੰ ਆਪਾਂ ਬਾਹਰ ਜਾਣਾ ਗੁਰੂ ਘਰ ਸੇਵਾ ਕਰਨ, ਪਰ ਆਪਾਂ ਉਸ ਆਪਣੇ ਮਾਤਾ ਪਿਤਾ ਦੀ ਗੱਲ ਨਹੀਂ ਸੁਣਦੇ, ਮਾਤਾ ਪਿਤਾ ਦੀ ਸੇਵਾ ਨਹੀਂ ਕਰਦੇ। ਸਤਿਗੁਰੂ ਜੀ ਕਹਿੰਦੇ ਭਾਈ ਬਹੁਤਾ ਬੋਲਣ ਝੱਖਣ ਹੋਏ, ਬਿਨ ਬੋਲੇ ਜਾਣੈ ਸਭ ਸੋਏ। ਕਹਿੰਦੇ ਭਾਈ ਤੂੰ ਜੇਕਰ ਉਸ ਪਰਮਾਤਮਾ ਨੂੰ ਉੱਚੀ ਉੱਚੀ ਪੁਕਾਰ ਕੇ ਯਾਦ ਕਰਦਾ ਨਾ, ਕਹਿੰਦੇ ਤੇਰਾ ਪੁਕਾਰਿਆ ਨਿਫਲ ਹੈ। ਉਹ ਤਾਂ ਬਿਨਾਂ ਬੋਲਿਆਂ ਜਾਣਦਾ। ਸਤਿਗੁਰੂ ਜੀ ਕਹਿੰਦੇ ਬਿਨ ਬੋਲਿਆਂ ਸਭ ਕੁਛ ਜਾਣਦਾ, ਤਿਸ ਆਗਿਆ ਕੀਚੈ ਅਰਦਾਸ। ਕਹਿੰਦੇ ਭਾਈ ਤੂੰ ਉਸ ਪਰਮਾਤਮਾ ਅੱਗੇ ਅਰਦਾਸਾਂ ਕਰਕੇ ਤਾਂ ਦੇਖ, ਸਰਬੱਤ ਦੇ ਕਾਰਜ ਭਲੇ ਦੇ ਕਾਰਜ ਕਹਿੰਦੇ ਕਰਕੇ ਤਾਂ ਦੇਖ, ਉਹ ਤਾਂ ਮੇਰਾ ਸਤਿਗੁਰ ਬਿਨ ਬੋਲਿਆਂ ਜਾਣਦਾ। ਸਾਧ ਸੰਗਤ ਜੀ ਸੋ ਸਾਨੂੰ ਹਮੇਸ਼ਾ ਕਹਿੰਦੇ ਆਪਣੇ ਮਾਤਾ ਪਿਤਾ ਦੀ ਸੇਵਾ ਕਰਨੀ ਚਾਹੀਦੀ ਹੈ। ਮਾਤਾ ਪਿਤਾ ਦੀ ਸੇਵਾ ਕਰਿਆ ਸਾਧ ਸੰਗਤ ਜੀ ਸਾਡਾ ਜੀਵਨ ਆ ਉਹ ਸੋਹਣਾ ਬਣ ਜਾਣਾ। ਦੇਖੋ ਤੁਸੀਂ ਮਾਤਾ ਪਿਤਾ ਦਾ ਆਗਿਆਕਾਰੀ ਹੋਣਾ, ਆਪਾਂ ਨੇ ਕਦੇ ਵੀ ਆਪਣੇ ਮਾਤਾ ਪਿਤਾ ਤੋਂ ਮੁਨਕਰ ਨਹੀਂ ਹੋਣਾ। ਸਾਧ ਸੰਗਤ ਜੀ ਦੇਖੋ ਤੁਸੀਂ, ਉਹਨਾਂ ਨੇ ਸਾਡੇ ਲਈ ਕਿੰਨਾ ਕੁਛ ਕੀਤਾ। ਜੇਕਰ ਅਸੀਂ ਬਸ ਇੰਨੀ ਗੱਲ ਸਮਝ ਲਈ ਨਾ ਸਾਧ ਸੰਗਤ ਜੀ, ਸਾਡਾ ਜੀਵਨ ਸੋਹਣਾ ਬਣ ਜਾਣਾ, ਸਾਡੇ ਜੀਵਨ ਦੇ ਵਿੱਚ ਖੇੜਾ ਆ ਜਾਣਾ। ਸਾਨੂੰ ਜੀਵਨ ਦੀ ਜਾਂਚ ਉਹਨਾਂ ਨੇ ਸਿਖਾਈ ਹੈ। ਦੇਖੋ ਤੁਸੀਂ ਆਪਾਂ ਉਹਨਾਂ ਨੂੰ ਹੁਣ ਛੱਡ ਰਹੇ ਹਾਂ, ਅਸੀਂ ਭਲਾ ਕਰ ਰਹੇ ਹਾਂ। ਸਾਧ ਸੰਗਤ ਜੀ ਉਹਨਾਂ ਦੀ ਸੇਵਾ ਤੋਂ ਬਿਨਾਂ ਭਲਾ ਨਹੀਂ ਹੋਣਾ। ਸੋ ਅਸੀਂ ਆਪਣੇ ਜੀਵਨ ਦੇ ਵਿੱਚ ਭਲੇ ਦੇ ਕਾਰਜ, ਸਾਧ ਸੰਗਤ ਜੀ ਫਰਮਾਨ ਮੈਂ ਵਾਰੀ ਵਾਰੀ ਬੇਨਤੀ ਕਰੀ ਜਾ ਰਹੇ ਹਾਂ, ਤਾਂ ਹੀ ਕਰ ਸਕਦੇ ਹਾਂ ਜੇਕਰ ਅਸੀਂ ਆਪਣੇ ਘਰ ਤੋਂ ਆਪਾਂ ਭਲੇ ਦੇ ਕਾਰਜ ਸ਼ੁਰੂ ਕਰੀਏ ਅਤੇ ਆਪਣੇ ਮਾਤਾ ਪਿਤਾ ਦੀ ਸੇਵਾ ਕਰਾਂਗੇ ਅਤੇ ਸਾਡੇ ਜੀਵਨ ਦੇ ਵਿੱਚ ਖੇੜਾ ਆ ਜਾਣਾ, ਸਾਡਾ ਜੀਵਨ ਸੋਹਣਾ ਬਣ ਜਾਣਾ। ਦੇਖੋ ਸਾਨੂੰ ਸਤਿਗੁਰੂ ਜੀ ਨੇ ਪਤਾ ਹੀ ਨਹੀਂ ਕਿੰਨਾ ਕੁਛ ਦੇ ਦੇਣਾ, ਉੱਚੀਆਂ ਪਦਵੀਆਂ ਦੇ ਦੇਣੀਆਂ ਨੇ ਸਤਿਗੁਰਾਂ ਨੇ ਸਾਨੂੰ, ਗੱਡੀਆਂ ਕਾਰਾਂ ਦੇ ਦੇਣੀਆਂ ਸਤਿਗੁਰਾਂ ਨੇ ਸਾਨੂੰ, ਸਤਿਗੁਰਾਂ ਨੇ ਸਾਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਭੇਜ ਦੇਣਾ। ਸਾਧ ਸੰਗਤ ਜੀ ਸਾਡਾ ਜਿਹੜਾ ਨਾਮ ਆ ਨਾ ਉਹ ਦੁਨੀਆ ਦੇ ਵਿੱਚ ਰੌਸ਼ਨ ਹੋ ਜਾਣਾ। ਦੇਖੋ ਤੁਸੀਂ ਅੱਜ ਜੋ ਭਲੇ ਦੇ ਕਾਰਜ ਕਰਦੇ ਨੇ ਸਾਧ ਸੰਗਤ ਜੀ ਕਰਦੇ ਨੇ ਨਾ, ਦੇਖੋ ਤੁਸੀਂ ਕਿੰਨੀਆਂ ਉਹ ਬਣੀਆਂ ਨੇ, ਕਹਿੰਦੇ ਕਿੰਨੇ ਕਲੱਬ ਬਣੇ ਨੇ, ਕਿੰਨੀਆਂ ਕਮੇਟੀਆਂ ਬਣੀਆਂ ਨੇ, ਦੇਖੋ ਕਿੰਨੇ ਚਰਚ ਬਣੇ ਨੇ। ਸਾਧ ਸੰਗਤ ਜੋ ਭਲੇ ਦੇ ਕਾਰਜ ਕਰਦੇ ਨੇ ਨਾ ਸਾਧ ਸੰਗਤ, ਦੇਖੋ ਤੁਸੀਂ ਉਹਨਾਂ ਦਾ ਨਾਮ ਕਿੰਨਾ ਉੱਚਾ, ਦੇਸ਼ਾਂ ਵਿਦੇਸ਼ਾਂ ਵਿੱਚ ਉਹਨਾਂ ਦਾ ਨਾਮ ਗੂੰਜਦਾ। ਦੇਖੋ ਤੁਸੀਂ ਉਹਨਾਂ ਦੀ ਕਿੰਨੀ ਸਿਫਤ ਸਲਾਹ ਹੁੰਦੀ ਹੈ। ਸਾਧ ਸੰਗਤ ਜੀ ਗੁਰਸਿੱਖ ਹੁੰਦਾ ਨਾ, ਦੇਖੋ ਗੁਰਸਿੱਖ ਸਤਿਗੁਰੂ ਜੀ ਕਹਿੰਦੇ
ਗੁਰਸਿੱਖ ਕਹਿੰਦੇ ਪਰਮਾਤਮਾ ਕਹਿੰਦੇ ਜੇਕਰ ਆਪਾਂ ਕੋਈ ਗੁਰਸਿੱਖ ਹੁੰਦਾ ਨਾ ਚੰਗਾ, ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿਣ ਵਾਲਾ, ਉਸ ਪਰਮਾਤਮਾ ਨੂੰ ਯਾਦ ਕਰਨੇ ਵਾਲਾ, ਹਰ ਵੇਲੇ ਉਸ ਪਰਮਾਤਮਾ ਦੇ ਕਹਿੰਦੇ ਨਾਮ ਧਿਆਉਣ ਵਾਲਾ, ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿਣ ਵਾਲਾ, ਕਹਿੰਦੇ ਉਹ ਭਾਈ ਗੁਰਸਿੱਖਾਂ ਦੇ ਪਰਮਾਤਮਾ ਔਰ ਗੁਰਸਿੱਖ ਦੇ ਵਿੱਚ ਭੇਦ ਨਹੀਂ ਹੈਗਾ। ਸਾਧ ਸੰਗਤ ਜੀ ਦੇਖੋ ਤੁਸੀਂ, ਕੋਈ ਗ੍ਰੰਥੀ ਸਿੰਘ ਜਾਂ ਪਾਠੀ ਸਿੰਘ ਕਹਿੰਦੇ ਇਕਾਗਰਤਾ ਨਾਲ ਕਹਿੰਦੇ ਸ਼ੁੱਧ ਸਪਸ਼ਟ ਗੁਰਬਾਣੀ ਪੜ੍ਹਦਾ। ਸਾਧ ਸੰਗਤ ਜੀ ਦੇਖੋ ਤੁਸੀਂ, ਜਿੱਥੇ ਪਰਮਾਤਮਾ ਨੂੰ ਨਮਸਕਾਰਾਂ ਹੋ ਰਹੀਆਂ ਨੇ ਨਾ ਸਾਧ ਸੰਗਤ ਜੀ, ਉੱਥੇ ਨਾਲ ਹੀ ਕਹਿੰਦੇ ਉਸ ਗੁਰਸਿੱਖ ਨੂੰ ਵੀ ਹੋ ਰਹੀਆਂ ਨੇ। ਸਾਧ ਸੰਗਤ ਜੀ ਜਦੋਂ ਪੰਜ ਪਿਆਰਿਆਂ ਦਾ ਕਹਿੰਦੇ ਕੀਰਤਨ ਜਾ ਰਿਹਾ ਹੁੰਦਾ ਸਾਧ ਸੰਗਤ ਜੀ, ਜਿੱਥੇ ਕਹਿੰਦੇ ਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਨੂੰ, ਗੁਰੂ ਗ੍ਰੰਥ ਸਾਹਿਬ ਜੀ ਨੂੰ, ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਫੁੱਲ ਭੇਟ ਹੁੰਦੇ ਨੇ, ਉੱਥੇ ਕਹਿੰਦੇ ਪੰਜ ਪਿਆਰਿਆਂ ਨੂੰ ਭੇਟ ਹੁੰਦੇ ਨੇ। ਸਾਧ ਸੰਗਤ ਜੀ ਦੇਖੋ ਤੁਸੀਂ, ਸਤਿਗੁਰਾਂ ਨੇ ਕਿੰਨੀਆਂ ਵਡਿਆਈਆਂ ਬਖਸ਼ੀਆਂ ਨੇ ਗੁਰਸਿੱਖ ਨੂੰ, ਦੇਖੋ ਕਿੰਨਾ ਮਾਣ ਬਖਸ਼ਿਆ। ਦੇਖੋ ਸਾਧ ਸੰਗਤ ਜੀ ਭਲੇ ਦੇ ਕਾਰਜ ਹੀ ਨੇ ਨਾ, ਜੇਕਰ ਭਲੇ ਦੇ ਕਾਰਜ ਕੀਤੇ, ਗੁਰਬਾਣੀ ਪੜ੍ਹੀ, ਆਪਣੇ ਜੀਵਨ ਦੇ ਵਿੱਚ ਲੈ ਕੇ ਆਂਦੀ। ਸਾਧ ਸੰਗਤ ਜੀ ਦੇਖੋ ਸਾਡੇ ਤੇ ਅੱਜ ਫੁੱਲਾਂ ਦੀ ਵਰਖਾ ਹੋ ਰਹੀ ਹੈ। ਜੇਕਰ ਅਸੀਂ ਗੁਰਬਾਣੀ ਵਿਚਾਰੀ, ਗੁਰਬਾਣੀ ਪੜ੍ਹੀ, ਗੁਰਬਾਣੀ 'ਤੇ ਅਮਲ ਕੀਤਾ, ਸਾਧ ਸੰਗਤ ਜੀ ਦੇਖੋ ਤੁਸੀਂ ਅੱਜ ਕਿੰਨੇ ਗ੍ਰੰਥੀ ਪ੍ਰਚਾਰਕ ਦੇਸ਼ਾਂ ਵਿਦੇਸ਼ਾਂ ਵਿੱਚ ਪ੍ਰਚਾਰ ਕਰਕੇ ਕਿੰਨੇ ਦੇਖੋ ਤੁਸੀਂ ਜੀਵਨ ਸੁਧਾਰ ਰਹੇ ਨੇ, ਕਿੰਨਿਆਂ ਨੂੰ ਜੀਵਨ ਦੀ ਜਾਂਚ ਦੇ ਰਹੇ ਨੇ। ਦੇਖੋ ਸਾਧ ਸੰਗਤ ਜੀ ਇਹ ਵੀ ਭਲੇ ਦਾ ਕਾਰਜ ਹੀ ਹੈ ਨਾ ਸਾਧ ਸੰਗਤ ਜੀ। ਇੱਦਾਂ ਜੇਕਰ ਕੋਈ ਮਨੁੱਖ ਕਹਿੰਦੇ ਭਲੇ ਦਾ ਕਾਰਜ ਕਰੇਗਾ ਨਾ ਸਾਧ ਸੰਗਤ ਜੀ, ਕਦੇ ਵੀ ਉਸ ਦਾ ਵਿਅਰਥ ਨਹੀਂ ਜਾਣਾ। ਸਤਿਗੁਰੂ ਜੀ ਕਹਿੰਦੇ ਕਬੀਰ ਏਕ ਕਰੀ ਆਦਿ ਕਰੀ, ਆਦਿ ਹੂੰ ਤੇ ਆਦ ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੇ ਲਾਭ। ਸਾਧ ਸੰਗਤ ਜੀ ਕਹਿੰਦੇ ਲਾਭ ਹੀ ਲਾਭ ਹੈ। ਕਦੇ ਵੀ ਆਪ ਜੀ ਕਿਸੇ ਗੁਰਸਿੱਖ ਕੋਲ ਬਹਿ ਜਾਓਗੇ ਨਾ, ਗੁਰੂ ਦੀ ਹਜ਼ੂਰੀ 'ਚ ਬਹਿ ਜਾਓਗੇ ਸਾਧ ਸੰਗਤ ਜੀ, ਉਸ ਦਾ ਕਹਿੰਦੇ ਨੁਕਸਾਨ ਨਹੀਂ ਹੈਗਾ, ਭਲਾ ਹੀ ਭਲਾ। ਕਹਿੰਦੇ ਭਾਈ ਜੇਕਰ ਤੁਸੀਂ ਸਾਕਤ ਦੇ ਕੋਲ ਜਾਓਗੇ ਨਾ ਸਾਧ ਸੰਗਤ ਜੀ, ਉੱਥੇ ਤੁਹਾਨੂੰ ਮਾੜਾ ਸਿੱਖਣ ਨੂੰ ਮਿਲਣਾ, ਕਹਿੰਦੇ ਉੱਥੇ ਤੁਹਾਨੂੰ ਬੁਰਾ ਸਿੱਖਣਾ ਸਾਧ ਸੰਗਤ ਜੀ ਤੁਸੀਂ ਨੇ। ਜੇਕਰ ਤੁਸੀਂ ਕਿਸੇ ਭਲੇ ਪੁਰਸ਼ ਕੋਲ ਬੈਠੋਗੇ ਸਾਧ ਸੰਗਤ ਜੀ, ਉੱਥੇ ਕਹਿੰਦੇ ਤੁਹਾਨੂੰ ਭਲਾ ਸਿੱਖਣ ਨੂੰ ਮਿਲਣਾ। ਸਾਧ ਸੰਗਤ ਜੀ ਦੇਖੋ ਤੁਸੀਂ ਗੁਰਸਿੱਖ ਕੋਲ ਬੈਠੋਗੇ, ਉਹਨੇ ਭਾਈ ਗੁਰੂ ਦੀਆਂ ਗੱਲਾਂ ਕਰਨੀਆਂ ਨੇ, ਗੁਰੂ ਦੀ ਸਿਫਤ ਸਲਾਹ ਕਰਨੀ ਹੈ, ਉਸ ਪਰਮਾਤਮਾ ਦਾ ਤੁਹਾਨੂੰ ਰਾਸਤਾ ਦੱਸਣਾ। ਜੇਕਰ ਤੁਸੀਂ ਕਿਸੇ ਬੁਰੇ ਮਨੁੱਖ ਕੋਲ ਬੈਠੋਗੇ ਸਾਧ ਸੰਗਤ ਜੀ, ਉਹਨੇ ਨਿੰਦਿਆ ਚੁਗਲੀ ਈਰਖਾ ਦਵੈਸ਼ ਕਰਨੀ ਹੈ, ਉਹਨੇ ਦੂਸਰੇ ਨੂੰ ਨਿੰਦਣਾ, ਉਹਨੇ ਕਹਿਣਾ ਫਲਾਣਾ ਆਏ ਆ। ਸਾਧ ਸੰਗਤ ਜੀ ਇਸੇ ਤਰ੍ਹਾਂ ਤਾਂ ਹੀ ਸਤਿਗੁਰੂ ਜੀ ਫਰਮਾਨ ਕਰਦੇ ਨੇ ਕਿ ਜੇਕਰ ਤੂੰ ਭਲੇ ਦੇ ਕਾਰਜ ਕਰੇਂਗਾ ਨਾ, ਸਤਿਗੁਰੂ ਜੀ ਦੇਖੋ ਤੁਸੀਂ, ਆਪਾਂ ਸਤਿਗੁਰੂ ਜੀ ਬਸ ਇਸ ਬੱਚਨ ਨੂੰ ਸਮਝ ਲੈਣਾ, ਸਤਿਗੁਰ ਸਭਨਾ ਦਾ ਭਲਾ ਮਨਾਇਂਦਾ ਤਿਸ ਦਾ ਬੁਰਾ ਕਿਉਂ ਹੋਏ। ਜੇਕਰ ਸਾਧ ਸੰਗਤ ਜੀ ਸਾਡੇ ਗੁਰੂ ਅਕਾਲ ਪੁਰਖ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਸਭ ਦਾ ਭਲਾ ਸੋਚ ਰਹੇ ਨੇ, ਤਾਂ ਅਸੀਂ ਆਪਣੇ ਜੀਵਨ ਦੇ ਵਿੱਚ ਬੁਰਾ ਕਿਉਂ ਸੋਚ ਰਹੇ ਹਾਂ, ਆਪਣੇ ਜੀਵਨ ਦੇ ਵਿੱਚ ਬੁਰਾਈਆਂ ਕਿਉਂ ਲੈ ਕੇ ਆ ਰਹੇ ਹਾਂ। ਸਾਧ ਸੰਗਤ ਜੀ ਹਮੇਸ਼ਾ ਕਹਿੰਦੇ ਭਲੇ ਦੇ ਕਾਰਜ ਕਰੋ। ਸਾਧ ਸੰਗਤ ਜੀ ਗੁਰਸਿੱਖਾਂ ਦੀ ਸੰਗਤ ਕਰਿਆ ਕਰੋ, ਉਸ ਨਾਮ ਬਾਣੀ ਵਾਲਿਆਂ ਦੀ ਸੰਗਤ ਕਰਿਆ ਕਰੋ, ਜਿਹੜੇ ਕਹਿੰਦੇ ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿੰਦੇ ਨੇ ਨਾ, ਹਰ ਵੇਲੇ ਉਸ ਪਰਮਾਤਮਾ ਦੇ ਹੁਕਮ ਅੰਦਰ ਰਹਿੰਦੇ ਨੇ। ਸਾਧ ਸੰਗਤ ਜੀ ਉਹਨਾਂ ਗੁਰਸਿੱਖਾਂ ਦੀ ਸੰਗਤ ਕਰਿਆ ਕਰੋ। ਸੋ ਸਾਡੇ ਜੀਵਨ ਦੇ ਵਿੱਚ ਕਹਿੰਦੇ ਖੇੜਾ ਆ ਜਾਣਾ, ਸਾਡਾ ਜੀਵਨ ਆ ਉਹ ਸੋਹਣਾ ਬਣ ਜਾਣਾ। ਪਤਾ ਨਹੀਂ ਸਾਨੂੰ ਸਤਿਗੁਰਾਂ ਨੇ ਕੀ ਕੁਛ ਦੇ ਦੇਣਾ। ਬਸ ਸਤਿਗੁਰੂ ਜੀ ਨੂੰ ਇਹੀ ਬੇਨਤੀ ਕਰਨੀ ਹੈ, ਸੱਚੇ ਪਾਤਸ਼ਾਹ ਜੀ ਮੇਲ ਲਿਹੋ ਦਿਆਲ ਢਹਿ ਪਏ ਦੁਆਰਿਆਂ। ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰੋ, ਬੜੇ ਜਨਮ ਹੋਵੇ ਸੱਚੇ ਪਾਤਸ਼ਾਹ ਮਾੜੇ ਕਰਮ ਕਰਦਿਆਂ ਨੂੰ। ਆਪ ਜੀ ਹੁਣ ਸੱਚੇ ਪਾਤਸ਼ਾਹ ਇਹ ਜੀਵਨ ਹੈ ਨਾ, ਆਪਣੇ ਲੇਖੇ ਲਾ ਲਓ ਸੱਚੇ ਪਾਤਸ਼ਾਹ, ਆਪਣੇ ਚਰਨਾਂ 'ਚ ਅਰਪਣ ਕਰੋ, ਮੈਨੂੰ ਸੋਝੀ ਬਖਸ਼ੋ, ਮੈਨੂੰ ਜੀਵਨ ਦੀ ਜਾਂਚ ਸਿਖਾਓ। ਸਤਿਗੁਰੂ ਜੀ ਆਪਣੇ ਚਰਨਾਂ ਦੀ ਪ੍ਰੀਤ ਬਖਸ਼ੋ, ਮੈਨੂੰ ਨਾਮ ਬਾਣੀ ਨਾਲ ਜੋੜੋ ਸੱਚੇ ਪਾਤਸ਼ਾਹ ਜੀ, ਮੇਰੇ 'ਤੇ ਭਲੇ ਦੇ ਕਾਰਜ ਕਰਾਇਓ, ਕਦੇ ਵੀ ਮੇਰੇ ਤੋਂ ਕਿਸੇ ਦਾ ਬੁਰਾ ਨਾ ਹੋਵੇ, ਕਦੇ ਵੀ ਮੈਂ ਕਿਸੇ ਦਾ ਬੁਰਾ ਨਾ ਚਿਤਵਾਂ। ਸੱਚੇ ਪਾਤਸ਼ਾਹ ਹਰ ਵੇਲੇ ਮੈਂ ਕਹਿੰਦੇ ਸਰਬੱਤ ਦਾ ਭਲਾ ਮੰਗਾ, ਭਲੇ ਦੀ ਅਰਦਾਸ ਸੱਚੇ ਪਾਤਸ਼ਾਹ ਮੇਰੇ ਜੀਵਨ ਦੇ ਵਿੱਚ ਝੱਲ ਕੇ ਭਲੇ ਦੇ ਮੈਂ ਕਾਰਜ ਕਰਾਂ। ਆਓ ਸਤਿਗੁਰਾਂ ਨੂੰ ਬੇਨਤੀਆਂ ਕਰੀਏ। ਸਾਧ ਸੰਗਤ ਜੀ ਬਾਣੀ ਪੜ੍ਹਦਿਆਂ ਕੋਲੋਂ, ਕਥਾ ਵਿਚਾਰ ਕਰਦਿਆਂ ਕੋਲੋਂ ਇੱਕ ਨਹੀਂ ਬੇਅੰਤ ਹੀ ਭੁੱਲਾਂ ਹੋਈਆਂ ਨੇ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਰਬੱਤ ਸੰਗਤ ਮੇਰੀਆਂ ਭੁੱਲਾਂ ਜਾਣ ਕੇ ਮੇਰੀ ਝੋਲੀ ਪਾ ਦੇਣੀਆਂ, ਬਚਨ ਸਤਿਗੁਰ ਕੇ ਜਾਣ ਕੇ ਆਪਣੇ ਹਿਰਦੇ 'ਚ ਵਸਾ ਲੈਣੇ। ਸੋ ਆਓ ਆਪਾਂ ਭਲੇ ਦੀਆਂ ਅਰਦਾਸਾਂ ਕਰੀਏ, ਭਲੇ ਦੇ ਕਾਰਜ ਕਰੀਏ। ਸਾਧ ਸੰਗਤ ਜੀ ਮੈਂ ਫਿਰ ਬੇਨਤੀ ਕਰਦਾ, ਦੁਬਾਰਾ ਪਹਿਲਾਂ ਵੀ ਕਰ ਚੁੱਕੇ ਹਾਂ, ਜੋ ਬੁਰਾ ਸਾਡਾ ਚਿਤਵਦਾ ਸਾਧ ਸੰਗਤ ਜੀ, ਉਹ ਵੀ ਉਸ ਦਾ ਵੀ ਆਪਾਂ ਭਲਾ ਮੰਗਣਾ, ਉਸ ਨੂੰ ਵੀ ਕਦੇ ਵੀ ਐਂ ਨਹੀਂ ਕਹਿਣਾ ਵੀ ਇਹਨੇ ਮੇਰਾ ਬੁਰਾ ਕੀਤਾ। ਸਾਧ ਸੰਗਤ ਜੀ ਉਸ ਦੀ ਭਲੇ ਦੀ ਅਰਦਾਸ ਕਰਨੀ ਹੈ, ਚਾਹੇ ਆਪਾਂ 5 ਮਿੰਟ ਅਰਦਾਸ ਕਰਦੇ ਹਾਂ, ਚਾਹੇ 10 ਮਿੰਟ ਅਰਦਾਸ ਕਰਦੇ ਹਾਂ। ਸਾਧ ਸੰਗਤ ਜੀ ਅਰਦਾਸਾਂ ਵੱਧ ਤੋਂ ਵੱਧ ਕਰਿਆ ਕਰੋ। ਜੇਕਰ ਅਸੀਂ ਅਰਦਾਸਾਂ ਕਰਾਂਗੇ ਨਾ, ਸਾਡੇ ਅੰਦਰ ਹਿਰਦੇ 'ਚ ਕਹਿੰਦੇ ਗਰੀਬੀ ਆ ਜਾਣੀ ਹੈ, ਸਾਡੇ ਜਿਹੜਾ ਹਿਰਦਾ ਉਹ ਬਲੂੰਦਰਿਆ ਜਾਣਾ। ਸਾਧ ਸੰਗਤ ਜੀ ਪਤਾ ਨਹੀਂ ਉਸ ਪਰਮਾਤਮਾ ਨੇ ਕਦੋਂ ਸਾਡੀ ਅਰਦਾਸ ਸੁਣ ਲੈਣੀ ਹੈ। ਸੋ ਸਭ ਦੇ ਭਲੇ ਦੀ ਅਰਦਾਸ ਕਰਿਆ ਕਰੋ, ਸਭ ਦਾ ਭਲਾ ਕਰਿਆ ਕਰੋ, ਸਭ ਦੇ ਭਲੇ ਦੀਆਂ ਅਰਦਾਸਾਂ ਕਰਿਆ ਕਰੀਏ। ਆਓ ਸਤਿਗੁਰਾਂ ਅੱਗੇ ਇਹੀ ਬੇਨਤੀ ਕਰੀਏ, ਹੇ ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰਨੀ, ਮੈਨੂੰ ਭਲੇ ਕਰਨ ਦੇ ਸੱਚੇ ਪਾਤਸ਼ਾਹ, ਬਲ ਉਦਮ ਬਖਸ਼ਿਸ਼ ਕਰਨੇ, ਮੇਰੇ 'ਤੇ ਮਿਹਰ ਕਰਨੀ ਸੱਚੇ ਪਾਤਸ਼ਾਹ। ਕਦੇ ਵੀ ਮੈਂ ਕਿਸੇ ਦਾ ਬੁਰਾ ਨਾ ਚਿਤਵਾਂ, ਕਦੇ ਵੀ ਮੇਰੇ ਤੋਂ ਕਿਸੇ ਦਾ ਬੁਰਾ ਨਾ ਕਰਵਾਇਓ।
ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ੋ ਜੀ। ਆਖੋ ਸਾਰੇ ਇੱਕ ਦਫਾ ਸਾਰੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਦਫਾ ਫਿਰ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।